कहते या तो दीवाना हंसे या तू जिसे तौफीक दे, वरना इस दुनिया में रह के मुस्कुरा सकता है कौन। ਪੰਜਾਬੀਆਂ ਨੂੰ ਇਹ ਸ਼ਫਾ ਹਾਸਿਲ ਹੈ ਕਿ ਉਹ ਆਪ ਵੀ ਹੱਸਦੇ ਨੇ ਔਰ ਦੂਜਿਆਂ ਦੇ ਚਿਹਰੇ ਦੇ ਉੱਤੇ ਵੀ ਮੁਸਕਰਾਹਟ ਲੈ ਕੇ ਆਉਂਦੇ ਨੇ। ਇਸ ਵਾਸਤੇ ਅਸੀਂ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਹਾਂ। ਜੇ ਇਹ ਹੱਸਣ ਹਸਾਉਣ ਦੇ ਇਸ ਸਫ਼ਰ ਨੂੰ ਅਸੀਂ ਦੇਖੀਏ ਤਾਂ ਇਹ ਸਫ਼ਰ ਤਾਂ ਬਹੁਤ ਪੁਰਾਣਾ ਹੈ, ਪਰ ਸਾਡੀਆਂ ਯਾਦਾਂ ਦੇ ਝਰੋਖੇ ਦੇ ਵਿੱਚ ਜਦੋਂ ਅਸੀਂ ਝਾਤ ਮਾਰ ਕੇ ਦੇਖਦੇ ਹਾਂ ਤਾਂ ਸਾਨੂੰ ਨਜ਼ਰ ਹੀ ਪੈਂਦਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਕੇ ਦੀਪ, ਜਗਮੋਹਨ ਕੌਰ ਹੋਰਾਂ ਦੀਆਂ ਕੈਸਟਾਂ ਜਾਂ ਤਵੇ ਜਾਂ ਟੇਪਸ LP ਜਿਹਨੂੰ ਅਸੀਂ ਕਹਿ ਲੈਂਦੇ ਹਾਂ, ਉਹ ਬੜੇ ਮਕਬੂਲ ਸੀ। ਔਰ ਉਸ ਤੋਂ ਬਾਅਦ ਉਸ ਜੋੜੀ ਤੋਂ ਬਾਅਦ ਕਈ ਜੋੜੀਆਂ ਆਈਆਂ ਜਿਨ੍ਹਾਂ ਨੇ ਸ਼ੋਹਰਤ, ਨਾਮ ਔਰ ਨਾਮਣਾ ਖੱਟਿਆ। ਇਹਨਾਂ ਜੋੜੀਆਂ ਦੇ ਵਿੱਚ ਇੱਕ ਜੋੜੀ ਜੋ ਅੱਜ ਵੀ ਸਾਡੇ ਪੰਜਾਬੀਆਂ ਦੇ ਦਿਲਾਂ 'ਚ ਵੱਸਦੀ ਹੈ, ਉਸ ਜੋੜੀ ਨੂੰ ਅਸੀਂ ਜਸਵਿੰਦਰ ਭੱਲਾ ਅਤੇ ਬਾਲਮੁਕੰਦ ਸ਼ਰਮਾ ਦੇ ਨਾਮ ਦੇ ਨਾਲ ਜਾਣਦੇ ਹਾਂ। ਅਕਸਰ ਗਾਹੇ ਬਗਾਹੇ ਜਦੋਂ ਪੰਜਾਬੀ ਦੇ ਵਿੱਚ ਹੱਸਣ ਹਸਾਉਣ ਦੀ ਗੱਲ ਹੁੰਦੀ ਹੈ ਤਾਂ ਇਸ ਜੋੜੀ ਦਾ ਨਾਮ ਬੜੇ ਮਾਣ ਨਾਲ ਲਿਆ ਜਾਂਦਾ ਹੈ ਔਰ ਇਸ ਜੋੜੀ ਦਾ ਨਾਮ ਬੜੇ ਮਾਣ ਦੇ ਨਾਲ ਲੈਂਦੇ ਹੋਏ ਦੂਰਦਰਸ਼ਨ ਨੂੰ ਵੀ ਇਹ ਸ਼ਫਾ ਹਾਸਿਲ ਹੈ ਕਿ ਇਸ ਜੋੜੀ ਨੂੰ ਦੂਰਦਰਸ਼ਨ ਨੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਬਾਰ-ਬਾਰ ਤੁਹਾਡੇ ਰੂਬਰੂ ਕੀਤਾ ਹੈ। ਜਸਵਿੰਦਰ ਭੱਲਾ ਹੋਣਾ ਨੂੰ ਤੁਸੀਂ ਬਾਰ-ਬਾਰ ਦੇਖਿਆ ਹੈ, ਪਰ ਉਹਨਾਂ ਦੇ ਨਾਲ ਆਏ ਬਾਲਮੁਕੰਦ ਸ਼ਰਮਾ ਹੋਣਾ ਨੂੰ ਤੁਸੀਂ ਬਹੁਤ ਘੱਟ ਸ਼ਾਇਦ ਵੇਖਿਆ ਹੋਵੇਗਾ। ਬਾਲਮੁਕੰਦ ਸ਼ਰਮਾ ਜਿਨ੍ਹਾਂ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਮੇਰੇ ਖਿਆਲ ਦੇ ਵਿੱਚ ਬਿਹਤਰ ਹੋਏਗਾ ਕਿ ਮੈਂ ਇੱਕ ਉਹਨਾਂ ਦੀ ਕਲਾ ਦੀ ਸਾਂਝ ਤੁਹਾਡੇ ਨਾਲ ਜ਼ਰੂਰ ਪਵਾ ਦਿਆਂ। ਆਓ ਉਹਨਾਂ ਦਾ ਇੱਕ ਕਲਿੱਪ ਦੇਖਦੇ ਹਾਂ, ਫਿਰ ਗੱਲ ਕਰਦੇ ਹਾਂ। ਜਿਵੇਂ ਡਾਕਟਰ ਕਹਿੰਦੇ ਆ ਸਵਖਤੇ ਉੱਠੋ, ਜਿਹੜਾ ਬੰਦਾ ਸਵੇਰੇ ਉੱਠਦਾ, ਸੈਰ ਕਰਦਾ, ਫਰੈਸ਼ ਆਕਸੀਜਨ ਲੈਂਦਾ, ਉਹਦੀ ਬਹੁਤ ਲੰਬੀ ਉਮਰ ਹੁੰਦੀ ਆ। ਮੈਂ ਨਹੀਂ ਮੰਨਦਾ। ਕਿਉਂ? ਹੁਣ ਮੁਰਗਾ ਦੇਖ ਲਓ, ਸਭ ਤੋਂ ਸਵੇਰੇ ਤੜਕੇ ਉੱਠਿਆ ਹੁੰਦਾ, ਸ਼ਾਮ ਨੂੰ ਵਿਚਾਰੇ ਦੀ ਧੌਣ ਮਰੋੜੀ ਹੁੰਦੀ ਆ। ਮੁਰਗੇ ਤੋਂ ਵੱਡਾ ਭਗਤ ਕੋਈ ਲੱਭਣਾ? ਸਹੀ ਗੱਲ ਆ। ਜਿਹੜਾ ਤੜਕੇ ਉੱਠ ਕੇ ਬਾਗ ਦੇ ਕੇ ਸਾਰਿਆਂ ਨੂੰ ਉਠਾਲਦਾ, ਭਗਤ ਉੱਠੋ ਤੇ ਮੇਰਾ ਗਲਾ ਵੱਢੋ। ਪੰਜਾਬ ਸਰਕਾਰ ਦੇ ਇੱਕ ਵਕਾਰੀ ਅਦਾਰੇ ਤੋਂ ਬਤੌਰ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਤੋਂ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਬਾਲਮੁਕੰਦ ਸ਼ਰਮਾ ਜੀ ਅੱਜ ਸਾਡੇ ਨਾਲ ਨੇ। ਬੇਸ਼ੱਕ ਇਹਨਾਂ ਦਾ ਸਫ਼ਰ ਜਿਹੜਾ ਛਣਕਾਟੇ ਦੇ ਨਾਲ ਚੱਲਦਾ ਆਂਦਾ ਇਸ ਵੇਲੇ ਤੱਕ ਚੱਲਦਾ ਆ ਰਿਹਾ। ਆਓ ਅਸੀਂ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ, ਮਿਲਦੇ ਹਾਂ ਬਾਲਮੁਕੰਦ ਸ਼ਰਮਾ ਜੀ। ਬਹੁਤ ਬਹੁਤ ਸਵਾਗਤ ਸ਼ਰਮਾ ਜੀ। ਸ਼ੁਕਰੀਆ ਗੁਰਵਿੰਦਰ ਜੀ, ਸ਼ੁਕਰੀਆ DD ਪੰਜਾਬੀ ਜਲੰਧਰ ਦੂਰਦਰਸ਼ਨ ਕਿ ਬਸੰਤ ਪੰਚਮੀ ਦੇ ਮੁਬਾਰਕ ਮੌਕੇ 'ਤੇ ਮੈਨੂੰ ਦੇਸ਼ਾਂ ਵਿਦੇਸ਼ਾਂ ਵਸਦੇ ਪੰਜਾਬੀਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ਰਮਾ ਜੀ, ਤੁਹਾਡਾ ਸਫ਼ਰ ਬਹੁਤ ਲੰਬਾ ਹੈ ਔਰ ਇਸ ਸਫ਼ਰ ਦੇ ਵਿੱਚ ਦੋਨੋਂ ਪੜਾਅ ਨੇ। ਇੱਕ ਪਾਸੇ ਤੁਹਾਡਾ ਜਿਹੜਾ ਇੱਕ ਮੈਨੇਜਿੰਗ ਡਾਇਰੈਕਟਰ ਦੇ ਤੌਰ ਤੇ ਹੈ, ਦੂਜਾ ਤੁਸੀਂ ਐਡੀਸ਼ਨਲ ਹਾਂ ਵਧੀਕ, ਔਰ ਦੂਜੇ ਪਾਸੇ ਤੁਹਾਡੇ ਕੋਲ ਜਿਹੜਾ ਦਿਲਾਂ 'ਚ ਵਸਣ ਵਾਲੇ ਜਿਹਦਾ ਕੋਈ ਮੁਕਾਬਲਾ ਹੀ ਨਹੀਂ ਆ ਉਹ ਵੀ ਹੈ। ਇਸ ਸਫ਼ਰ ਦੇ ਵਿੱਚ ਪਹਿਲੇ ਤਾਂ ਮੇਰਾ ਇਹ ਸਵਾਲ ਇਹ ਬਣਦਾ ਹੈ ਕਿ ਦੋਨਾਂ 'ਚੋਂ ਤੁਹਾਡੇ ਵਾਸਤੇ ਕਿਹੜਾ ਜ਼ਿਆਦਾ ਦਿਲ ਦੇ ਕਰੀਬ ਰਿਹਾ ਸਫ਼ਰ? ਗੁਰਵਿੰਦਰ ਜੀ, ਤੁਸੀਂ ਸ਼ੁਰੂ ਵਿੱਚ ਹੀ ਮੈਨੂੰ ਵੱਡੇ ਇਮਤਿਹਾਨ 'ਚ ਪਾਤਾ ਪਰ ਕਿਉਂਕਿ ਕਾਮੇਡੀ ਜਿਹੜੀ ਆ ਉਹ ਇੱਕ ਪੈਸ਼ਨ ਸੀਗਾ ਜੀ। ਮੈਂ ਬੇਸਿਕਲੀ ਗੁਰਵਿੰਦਰ ਜੀ ਜਦੋਂ ਇਸੇ ਜਲੰਧਰ ਜ਼ਿਲ੍ਹੇ ਵਿੱਚ ਮੇਰਾ ਲੋਹੀਆਂ ਖਾਸ ਪਿੰਡ ਆ ਜੀ, ਉਦੋਂ ਮੈਂ ਸਕੂਲ 'ਚ ਪੜ੍ਹਦਾ ਸੀਗਾ। ਜਦੋਂ ਮੇਰੇ ਵੱਡੇ ਬ੍ਰਦਰਸ ਪ੍ਰਿੰਸੀਪਲ KC ਸ਼ਰਮਾ ਜੀ, ਮੇਰੇ ਬ੍ਰਦਰ ਡਾਕਟਰ VK ਸ਼ਰਮਾ, ਸੁਭਾਸ਼ ਸ਼ਰਮਾ, ਉਹਨਾਂ ਨੇ ਮੈਨੂੰ ਉਤਸ਼ਾਹਿਤ ਕੀਤਾ ਕਿ ਬੇਟਾ ਤੂੰ ਨਾ ਥੀਏਟਰ ਦੇ ਵਿੱਚ ਲੋਹੀਆਂ ਨਾਟਕ ਕਲਾ ਕੇਂਦਰ ਵਿੱਚ ਉਹ ਸਰਗਰਮ ਸੀਗੇ ਅਤੇ ਥੀਏਟਰ 'ਚ ਕਦਮ ਰੱਖ। ਅਤੇ ਮੈਂ ਚੌਥੀ 'ਚ ਪੜ੍ਹਦੇ ਨਹੀਂ ਇੱਕ ਨਾਟਕ ਸੀਗਾ ਰੂਪ ਬਸੰਤ, ਉਹ 'ਚ ਬੱਚੇ ਦਾ ਰੋਲ ਕੀਤਾ। ਅੱਜ ਬਸੰਤ ਵੀ ਆ ਦੇਖੋ, ਉਹ ਬਸੰਤ ਦਾ ਰੂਪ ਬਸੰਤ 'ਚ ਮੈਂ ਬੱਚੇ ਦਾ ਰੋਲ ਕੀਤਾ ਅਤੇ ਉਦੋਂ ਮੈਨੂੰ ਇੱਕ ਝਾਕਾ ਖੁੱਲ੍ਹ ਗਿਆ ਪੰਜਾਬੀ ਥੀਏਟਰ ਦੇ ਵਿੱਚ ਐਂਟਰ ਕਰਨ ਦਾ। ਅਤੇ ਉਹ ਜਿਹੜੀ ਮਤਲਬ ਕਹਿ ਲਓ ਵੀ ਇੱਕ ਬਚਪਨ ਵਿੱਚ ਜਦੋਂ ਤੁਹਾਡੇ ਇੱਕ ਸ਼ੌਕ ਪੈਦਾ ਹੋ ਗਿਆ, ਉਹਨੂੰ ਫਿਰ ਪ੍ਰਫੁੱਲਿਤ ਹੋਣ ਦਾ ਮੌਕਾ ਜਦੋਂ PAU ਲੁਧਿਆਣਾ 'ਚ ਮੈਂ ਅਤੇ ਭੱਲਾ ਸਾਹਿਬ ਜਮਾਤੀ ਬਣੇ BSc ਖੇਤੀਬਾੜੀ 'ਚ ਜੀ ਜੀ, ਉਹ ਸਿੰਗਰ ਸੀ, ਮੈਂ ਥੀਏਟਰ ਤੋਂ ਗਿਆ ਸੀ ਅਤੇ ਅਸੀਂ ਰਲ ਕੇ ਜਦੋਂ ਨਕਲਾਂ ਭੰਡਾਂ ਸ਼ੁਰੂ ਕੀਤੀਆਂ ਤਾਂ ਇਹ ਜਿਹੜੀ ਕਮੇਡੀ ਸਫ਼ਰ ਆ ਉਹ ਸ਼ੁਰੂ ਹੋ ਗਿਆ। ਪਰ ਕਿਉਂਕਿ BSc ਐਗਰੀਕਲਚਰ ਕਰ ਲਈ, MBA ਕਰ ਲਈ, ਜੋਬ ਵਧੀਆ ਮਿਲ ਗਈ, ਮਾਰਕਫੈਡ ਵਿੱਚ ਡਿਸਟ੍ਰਿਕਟ ਮੈਨੇਜਰ ਮੈਨੂੰ ਜੋਬ ਮਿਲ ਗਈ। ਤਰੱਕੀ ਕਰਦੇ ਕਰਦੇ ਸੀਨੀਅਰ ਮੈਨੇਜਰ, ਡਿਪਟੀ ਚੀਫ ਮੈਨੇਜਰ, ਚੀਫ ਮੈਨੇਜਰ, ਪ੍ਰੋਜੈਕਟਰ ਡਾਇਰੈਕਟਰ 2017 ਵਿੱਚ 11 'ਚ ਮੈਂ ਬਣ ਗਿਆ ਅਤੇ 17 'ਚ ਮੈਂ ਵਧੀਕ MD ਬਣ ਗਿਆ। ਤਾਂ ਉਹ ਸਫ਼ਰ ਕਰਕੇ ਮੈਂ ਜਾਂ ਇਹ ਕਹਿ ਲਓ ਵੀ ਮੁੱਖ ਦਫ਼ਤਰ ਦੀਆਂ ਜ਼ਿੰਮੇਵਾਰੀਆਂ ਕਰਕੇ ਆਪਣੇ ਇਸ ਪੈਸ਼ਨ ਨੂੰ ਇੰਨਾ ਜਿੰਨਾ ਚਾਹੁੰਦਾ ਸੀ ਉਹਨਾਂ ਪਰਸਿਊ ਨਹੀਂ ਕਰ ਸਕਿਆ ਇਸ ਗੱਲ ਦਾ। ਪਰ ਮੈਨੂੰ ਖੇਦ ਕੋਈ ਨਹੀਂ ਕਿਉਂਕਿ ਮੇਰੀ ਮਾਰਕਫੈਡ ਜਾਂ ਮੇਰੀ ਜੋਬ ਵਿੱਚ ਮੈਨੂੰ ਜੋ ਤਰੱਕੀਆਂ ਮਿਲੀਆਂ ਉਸ ਕਰਕੇ ਮੈਨੂੰ ਲੱਗਦਾ ਕਿ ਮੈਂ ਦੋਨਾਂ ਚੀਜ਼ਾਂ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ ਆ। ਬਾਕੀ ਮੇਰੇ ਦਰਸ਼ਕ ਜਾਣਦੇ ਆ।
ਅੱਛਾ, ਤੁਸੀਂ ਜਿਹੜਾ ਇਹ ਸਫ਼ਰ ਜਿੱਦਾਂ ਸ਼ੁਰੂ ਕੀਤਾ ਭੱਲਾ ਸਾਹਿਬ ਨਾਲ, ਜਾਂ ਉਸ ਤੋਂ ਪਹਿਲੇ ਵੀ ਤੁਸੀਂ ਨਾਟਕ ਕਰਦੇ ਰਹੇ, ਮੰਚ ਤੇ ਆਉਂਦੇ ਰਹੇ, ਰਸਮੀ ਤੌਰ ਤੇ ਤੁਹਾਨੂੰ ਕਦੋਂ ਇਹ ਅਹਿਸਾਸ ਹੋਇਆ ਕਿ ਹਾਂ ਸਾਡੀ ਇਹ ਫੀਲਡ ਹੈ ਔਰ ਇਸ ਫੀਲਡ ਦੇ ਵਿੱਚ ਅਸੀਂ ਜਾਣਾ ਹੈ ਔਰ ਸੁਚੇਤ ਹੋ ਕੇ ਕੰਮ ਕਰਨਾ ਹੈ? ਇਹ ਤਾਂ ਜੀ ਮੈਂ ਕਹੂੰਗਾ ਸਿਹਰਾ ਜਾਂਦਾ ਜਲੰਧਰ ਦੂਰਦਰਸ਼ਨ ਨੂੰ ਜੀ ਗੁਰਵਿੰਦਰ ਜੀ। ਕਾਰਨ ਉਹਦਾ ਇਹ ਸੀਗਾ ਕਿ ਜਲੰਧਰ ਦੂਰਦਰਸ਼ਨ ਨੇ ਸਾਨੂੰ ਮਈ 1982 ਵਿੱਚ, ਮੈਨੂੰ ਯਾਦ ਆ ਕਿ ਜਦੋਂ ਇੱਥੇ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਜਿਹੜਾ ਗੌਰੀਦਤ ਸ਼ਰਮਾ ਜੀ ਦੇ ਪ੍ਰੋਡਿਊਸਰ ਸੀਗੇ, ਉਹਨਾਂ ਨੇ ਸਾਨੂੰ ਪਰਫਾਰਮ ਕਰਦੇ ਵੇਖਿਆ, ਭੱਲਾ ਸਾਹਿਬ ਤੇ ਮੈਨੂੰ, ਕਿਸਾਨ ਮੇਲੇ ਦੀ ਸਟੇਜ ਤੇ ਲੁਧਿਆਣੇ। ਤੇ ਉੱਥੇ ਜਦੋਂ ਅਸੀਂ ਪਰਫਾਰਮ ਕਰ ਰਹੇ ਸੀਗੇ ਤੇ ਉੱਥੇ ਗੌਰੀ ਜੀ ਨੇ ਸਾਨੂੰ ਕਿਹਾ ਕਿ ਤੁਸੀਂ ਜਲੰਧਰ ਦੂਰਦਰਸ਼ਨ ਆਓ। ਤੇ 29 ਮਈ 1982 ਨੂੰ ਸਾਡੀ ਜਿਹੜੀ ਪਹਿਲੀ ਪਰਫਾਰਮੈਂਸ ਆ ਉਹ ਦੂਰਦਰਸ਼ਨ ਤੇ ਆਈ ਤੇ ਸਾਨੂੰ ਇੱਕ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਯਾਨੀ ਅਸੀਂ ਇਹਦਾ ਸਿਹਰਾ ਜਲੰਧਰ ਦੂਰਦਰਸ਼ਨ ਦੇ ਸਿਰ ਬੰਨ੍ਹਦੇ ਹਾਂ ਕਿਉਂਕਿ ਸਾਨੂੰ ਪਬਲਿਕ ਕਰਨ ਲਈ ਉਹਨਾਂ ਨੇ ਇੱਕ ਸਾਨੂੰ ਮੌਕਾ ਦਿੱਤਾ। ਮੈਂ ਤੇ ਭੱਲਾ ਜੀ ਨੇ ਪਹਿਲੀ ਪਰਫਾਰਮੈਂਸ ਉਹਦੀ ਭੰਡਾਂ ਦੀ, ਉਹ ਮੇਰਾ ਪਿੰਡ ਮੇਰੇ ਖੇਤ 'ਚ ਪੇਸ਼ ਕੀਤੀ। ਇੱਥੇ ਸਾਡੀ ਪਬਲਿਕ ਜਿਹੜੀ ਆ ਉਹ ਲਾਈਫ ਸ਼ੁਰੂ ਹੋ ਗਈ। ਕੋਈ ਉਹਦੀ ਝਲਕ ਸਾਨੂੰ ਤੁਸੀਂ ਦੱਸ ਸਕਦੇ ਹੋ? ਯਾਦ ਹੈ ਕੁਝ ਕਿਸ ਤਰੀਕੇ ਦਾ ਸੀਗਾ ਉਹ? ਦੇਖੋ ਕਿਵੇਂ ਕਰਦੇ ਸੀ ਉਹ? ਮੈਨੂੰ ਯਾਦ ਆ ਜੀ ਕਿ ਬੀਇੰਗ ਇੰਟਰਨੈਸ਼ਨਲ ਈਅਰ ਆਫ ਯੂਥ 1985 ਦੇ ਵਿੱਚ, ਠੀਕ ਹੈ, ਸਾਨੂੰ ਦੂਰਦਰਸ਼ਨ ਜਲੰਧਰ ਨੇ ਕਿਹਾ ਕਿ ਤੁਸੀਂ ਨਾ ਲਾਈਵ ਕਮੇਡੀ ਕਰਿਆ ਕਰਨੀ ਹੈ। ਠੀਕ ਹੈ। ਤੇ 25 ਮਿੰਟ ਦਾ ਐਵਰੀ ਲਾਸਟ ਮੰਡੇ ਆਫ ਮੰਥ, ਆਈ ਥਿੰਕ ਇੰਟਰਨੈਸ਼ਨਲ ਈਅਰ ਆਫ ਯੂਥ ਕਰਕੇ ਮੈਂ ਤੇ ਭੱਲਾ ਜੀ ਨੇ ਪਰਫਾਰਮ ਕਰਨਾ। ਹੁਣ ਜਿਹੜਾ ਆਪਾਂ ਬੈਠੇ ਲਾਈਵ ਕਰ ਰਹੇ ਹਾਂ ਗੁਰਵਿੰਦਰ ਜੀ, ਲਾਈਵ ਦੇ ਵਿੱਚ ਕੋਈ ਸਕ੍ਰਿਪਟ ਤਾਂ ਹੁੰਦੀ ਨਹੀਂ। ਤੇ ਮੈਨੂੰ ਯਾਦ ਹੈ ਕਿ ਮੈਂ ਤੇ ਭੱਲਾ ਜੀ ਲਾਈਵ ਕਰਦੇ ਕਰਦੇ ਆਪਦੇ ਕਹਿ ਲਓ ਜੋਸ਼ ਦੇ ਵਿੱਚ ਇੱਕ ਐਸਾ ਕੋਈ ਜੋਕ ਲਾਈਵ ਕਰ ਗਏ ਜਿਹੜਾ ਥੋੜਾ ਜਿਹਾ ਸਾਡੀ ਬਾਰਡਰ ਸਟੇਟ ਕਰਕੇ ਸੈਂਸਿਟਿਵ ਸੀ। ਤੇ ਉਦੋਂ ਫਿਰ ਉਸ ਵੇਲੇ ਦੇ ਡਾਇਰੈਕਟਰ ਸਾਹਿਬ, ਉਸ ਵੇਲੇ ਦੇ ਪ੍ਰੋਡਿਊਸਰ ਸਾਹਿਬ ਨੇ ਸਾਨੂੰ ਕਿਹਾ ਕਿ ਆਪਾਂ ਬਿਹਤਰ ਹੈ ਆਪਾਂ ਰਿਕਾਰਡਿੰਗ ਕਰਕੇ ਕਮੇਡੀ ਕਰਿਆ ਕਰੀਏ। ਯਾਨੀ ਕਿ ਇਹ ਮੈਨੂੰ ਯਾਦ ਆ ਕਿਉਂਕਿ ਜਦੋਂ ਆਪਾਂ ਕਮੇਡੀ ਕਰਦੇ ਆ ਤਾਂ ਉਹਦੇ ਵਿੱਚ ਕੋਈ ਬਹੁਤੀ ਜਦੋਂ ਐਕਸਟੈਂਪੋਰਟ ਭੱਲਾ ਸਾਹਿਬ ਤਾਂ ਬਲੈਸਡ ਹੈਗੇ ਆ, ਹੀ ਇਜ਼ ਸੋ ਬਲੈਸਡ ਕਿ ਕ੍ਰੀਏਟਿਵ ਹੈਗੇ ਆ, ਇੱਕਦਮ ਮੌਕੇ ਤੇ ਗੱਲ ਨਾ ਸਿਰਫ ਔੜਦੀ ਆ, ਅੱਛੀ ਪੇਸ਼ਕਾਰੀ ਵੀ ਕਰ ਜਾਂਦੇ ਆ। ਤਾਂ ਉਹ ਫਿਰ ਸਾਨੂੰ ਜਿਹੜਾ ਐਕਸਪੀਰੀਅੰਸ ਰਿਹਾ, ਉਸ ਤੋਂ ਬਾਅਦ ਫਿਰ ਸਾਨੂੰ ਦੂਰਦਰਸ਼ਨ ਨੇ ਕਿਹਾ ਕਿ ਤੁਸੀਂ ਰਿਕਾਰਡਡ ਕਮੇਡੀ ਕਰਿਆ ਕਰਾਂਗੇ, ਲਾਈਵ ਕਮੇਡੀ ਨੂੰ ਉਹਨਾਂ ਨੇ ਅਵੋਇਡ ਕੀਤਾ। ਅਗਲੀ ਗੱਲ ਆਉਂਦੀ ਹੈ ਵੀ ਕਿ ਦੀਪ ਜਗਮੋਹਨ ਕੌਰ ਹੋਣਾ ਦਾ ਸਮਾਂ ਉਸ ਸਮੇਂ ਚੱਲ ਰਿਹਾ ਸੀ। ਉਸ ਤੋਂ ਬਾਅਦ ਤੁਹਾਡੀਆਂ ਕੈਸਟਾਂ ਛਣਕਾਟਾ ਆਣੀਆਂ ਸ਼ੁਰੂ ਹੋਈਆਂ। ਇਹ ਛਣਕਾਟੇ ਦੀ ਸਿਰਜਣਾ ਔਰ ਇਹਦਾ ਮੁੱਢ ਕਿੱਦਾਂ ਵੱਜਿਆ, ਕਿਵੇਂ ਇਹ ਕਨਸੀਵ ਹੋਇਆ? ਹਾਂ ਗੁਰਵਿੰਦਰ ਜੀ, ਇਹ ਤਾਂ 1988 ਦੇ ਯਾਦਾਂ 'ਚ ਰੱਖਿਆ ਤੁਸੀਂ ਮੈਨੂੰ ਲੈ ਗਏ। ਇਸ ਤਰ੍ਹਾਂ ਸੀ, ਅਸੀਂ ਮੈਂ ਤੇ ਭੱਲਾ ਜੀ ਜਦੋਂ ਆਪਦੀ ਯੂਨੀਵਰਸਿਟੀ ਸਟੇਜ ਤੇ ਪਰਫਾਰਮ ਕਰਦੇ ਸੀਗੇ, ਯੂਥ ਫੈਸਟੀਵਲਾਂ 'ਚ ਜਾਂਦੇ ਸੀਗੇ ਤੇ ਇਹ ਪੰਜਾਬੀ ਵੱਡੇ ਮੇਲਿਆਂ ਜਾਣ ਲੱਗ ਗਏ ਦੋਨੋਂ ਜਾਣੇ। ਅਸੀਂ ਜਿਹੜੀ ਆਪਦੀ ਕਮੇਡੀ ਕਰਕੇ ਥੋੜੀ ਜਿਹੀ ਪਹਿਚਾਣ ਬਣਨ ਲੱਗੀ ਤਾਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਆਪਣਾ ਲੁਧਿਆਣੇ 'ਚ ਲੱਗਦਾ, ਉਹਦੇ ਸਿਰਜਣ ਜਿਹੜੇ ਮੇਲੇ ਦੇ ਮੁੱਖ ਪ੍ਰਬੰਧਕ ਸੀ ਸਾਡੇ ਸਤਿਕਾਰਯੋਗ ਦੁਨੀਆ ਨਹੀਂ ਰਹੇ ਜੱਸੋਵਾਲ ਸਾਹਿਬ ਤੇ ਗੁਰਭਜਨ ਗਿੱਲ ਸਾਹਿਬ, ਸਾਡੇ ਉਸਤਾਦ ਪ੍ਰੋਫੈਸਰ ਕੇਸ਼ਵਰਾਮ ਸ਼ਰਮਾ ਜੀ। ਉਹਨਾਂ ਨੇ ਸਾਨੂੰ ਗੁਰਵਿੰਦਰ ਜੀ ਉਤਸ਼ਾਹਿਤ ਕੀਤਾ ਕਿ ਤੁਸੀਂ ਭੱਲਾ ਜੀ ਤੇ ਮਿਲ ਕੇ ਇੰਨੀ ਅੱਛੀ ਕਮੇਡੀ ਕਰਦੇ ਆ ਸਟੇਜ ਤੇ, ਪਰ ਲੋਕੀ ਲਾਈਵ ਕਮੇਡੀ ਵੇਖ ਕੇ ਘਰ ਜਾ ਕੇ ਭੁੱਲ ਜਾਂਦੇ ਹੋਣਗੇ, ਤਾਂ ਇਹਦਾ ਕੋਈ ਡਾਕੂਮੈਂਟ ਕ੍ਰੀਏਟ ਕਰੋ। ਅੱਛਾ, ਹੁਣ ਅਸੀਂ ਸਟੂਡੈਂਟ ਲਾਈਫ 'ਚ ਇੰਨਾ ਸਮਝਦੇ ਨਹੀਂ ਡਾਕੂਮੈਂਟ ਕੀ ਕ੍ਰੀਏਟ ਕਰੀਏ। ਜੱਸੋਵਾਲ ਸਾਹਿਬ ਕਹਿੰਦੇ ਇਹਦੀ ਕੈਸਟ ਰਿਕਾਰਡ ਕਰਾਓ। ਅੱਛਾ, ਤੇ ਗੁਰਵਿੰਦਰ ਜੀ ਅਸੀਂ ਹੈਰਾਨ ਹੋ ਗਏ ਵੀ ਕਮੇਡੀ ਕੈਸਟ ਉਦੋਂ ਕੋਈ, ਹਾਂ ਐਲਪੀ ਜਿਵੇਂ ਤੁਸੀਂ ਗੱਲ ਕੀਤੀ ਹੈ ਜਗਮੋਹਨ ਕੌਰ ਜੀ, ਕੇ ਦੀਪ ਜੀ ਦੇ ਹੁੰਦੇ ਸੀਗੇ, ਪਰ ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਇਹਦੀ ਰਿਕਾਰਡਿੰਗ ਕਰਾਓ ਤਾਂ ਉਸ ਵੇਲੇ ਇੱਕ ਕੰਪਨੀ ਸੀਗੀ ਜਿਹਦੇ ਮਾਲਕ ਨੂੰ ਬੁਲਾਇਆ ਜੱਸੋਵਾਲ ਸਾਹਿਬ ਨੇ, ਕਹਿੰਦੇ ਮੋਹਨ ਸਿੰਘ ਫਾਊਂਡੇਸ਼ਨ ਨੂੰ ਅਸੀਂ ਪੈਸੇ ਲਾਵਾਂਗੇ, ਤੁਸੀਂ ਰਿਕਾਰਡਿੰਗ ਕਰਾਓ। ਤੁਸੀਂ ਹੱਸੋਗੇ ਸੁਣ ਕੇ ਕਿ ਜਦੋਂ ਸਾਨੂੰ ਸਟੂਡੀਓ ਲੈ ਗਏ, ਪਹਿਲੀ ਵਾਰੀ ਸਟੂਡੀਓ ਗਏ ਅਸੀਂ, ਤਾਂ ਉੱਥੇ 2 ਮਾਈਕ ਲੱਗੇ ਸੀ। ਅਸੀਂ ਉੱਥੇ ਵੀ ਆਪਦਾ ਤੁਰ ਫਿਰ ਕੇ ਨਾ ਜੋਕ ਸੁਣਾ ਕੇ ਇੱਕ ਦੂਜੇ ਚਮੱਟੇ ਮਾਰ ਕੇ ਭੰਡਾ ਦੀ ਐਕਟਿੰਗ ਕਰਦੇ ਰਹੇ। ਤੇ ਸਾਨੂੰ ਕਹਿੰਦੇ ਇਹ ਸਟੇਜ ਨਹੀਂ ਗੀ, ਇਹ ਸਟੂਡੀਓ ਆ, ਇਹਦੇ ਮਾਈਕ ਮੂਹਰੇ ਖੜੇ ਹੋ ਜਾਓ, ਖੜੇ ਹੋ ਕੇ ਤੁਸੀਂ ਬੋਲਣਾ। ਤਾਂ ਅਸੀਂ ਜਦੋਂ ਕਮੇਡੀ ਕੀਤੀ, ਉਹਨੇ ਰਿਕਾਰਡ ਕੀਤੀ, ਪਰ ਸਾਨੂੰ ਖੁਸ਼ੀ ਇਸ ਗੱਲ ਦੀ ਹੋਈ ਕਿ 20 ਅਕਤੂਬਰ 1988 ਨੂੰ ਛਣਕਾਟਾ 88 ਨਾਂ ਦੀ ਉਹ ਜਦੋਂ ਕੈਸਟ ਰਿਲੀਜ਼ ਹੋਈ ਤਾਂ 4000 ਪੀਸ ਬਣਾਇਆ ਸੀ, ਉਹ ਸਾਰਾ ਮੌਕੇ ਤੇ ਮੇਲੇ 'ਚ ਵਿਕ ਗਿਆ। ਅੱਛਾ, ਤੇ ਉਹ ਪ੍ਰੋਡਿਊਸਰ ਜਿਹੜੇ ਮਾਲਕ ਸੀ ਕੰਪਨੀ ਦੇ, ਉਹ ਇੰਨੇ ਖੁਸ਼ ਹੋਏ, ਉਹ ਭੱਲਾ ਜੀ ਦੇ ਮੇਰੇ ਘਰੇ ਨਾ 4-4000 ਰੁਪਏ ਚੈੱਕ ਲੈ ਕੇ ਆਏ। ਅੱਛਾ, ਤੇ ਅਸੀਂ ਕਿਹਾ ਵੀ ਇਹਦੇ ਪੈਸੇ ਮਿਲਣਗੇ। ਉਹ ਕਹਿੰਦੇ ਮੈਂ ਕਮਾਏ ਪੈਸੇ, ਜਾਨੀ ਸਾਨੂੰ ਗੁਰੂ ਵੀ ਪਤਾ ਨਹੀਂ ਸੀਗਾ ਕਿ ਕੈਸਟ ਕਰਨ ਦੇ ਪੈਸੇ ਵੀ ਮਿਲਦੇ ਆ। ਪਰ ਦਾਤੇ ਦੀ ਐਸੀ ਕਿਰਪਾ ਹੋਈ ਕਿ ਜਦੋਂ ਛਣਕਾਟਾ 92 ਤੱਕ ਪਹੁੰਚੇ ਸੀ ਤੇ ਉਦੋਂ ਮਤਲਬ ਸਾਡੇ ਇਹ ਮਤਲਬ ਕਹਿ ਲਓ ਵੱਡੇ ਭਾ ਗਿਆ ਕਿ ਗੁਰਦਾਸ ਮਾਨ ਸਾਹਿਬ ਹੋਰਾਂ ਨੇ ਬੰਬੇ 'ਚ ਗੱਲ ਕੀਤੀ ਵੀ ਕਿਹੜੇ ਪੰਜਾਬ 'ਚ 2 ਮੁੰਡੇ ਆ ਭੱਲਾ ਤੇ ਸ਼ਰਮਾ, ਜਿਨ੍ਹਾਂ ਦਾ ਜਿਹੜਾ ਟੀ ਸੀਰੀਜ਼ ਨੇ ਛਣਕਾਟੇ ਦਾ ਮਾਸਟਰ ਜੋ ਪ੍ਰਾਈਸ ਗੁਰਦਾਸ ਮਾਨ ਜੀ ਲੈਂਦੇ ਸੀ ਉਸ ਤੋਂ ਹੀ ਮਹਿੰਗਾ ਵਿਕਿਆ। ਅੱਛਾ, ਤੇ ਸਾਨੂੰ ਲੱਗਾ ਕਿ ਪਰਮਾਤਮਾ ਨੇ ਸਾਡੀ ਝੋਲੀ ਇਹ
ਛਣਕਾਟੇ ਦਾ ਜਿਹੜਾ ਇਹ ਗੁਣ ਪਾਇਆ ਵਾ ਤੇ ਦੁਨੀਆ ਨੇ ਸਾਨੂੰ ਪਿਆਰ ਕੀਤਾ। ਬਹੁਤ ਵਧੀਆ, ਬਹੁਤ ਵਧੀਆ। ਮੇਰੇ ਖਿਆਲ ਤੁਹਾਨੂੰ ਯਾਦ ਹੈ ਕਿ ਤੁਸੀਂ ਦੂਰਦਰਸ਼ਨ ਵੀ ਕਦੋਂ ਆਏ ਸੀ? ਬਿਲਕੁਲ ਜੀ, ਮੈਂ ਦੱਸ ਰਿਹਾ ਸੀ ਕਿ 29 ਮਈ 1982 ਨੂੰ ਇੱਥੇ ਮੇਰਾ ਪਿੰਡ ਮੇਰੇ ਖੇਤ 'ਚ ਓਮ ਗੌਰੀਵਰ ਸ਼ਰਮਾ ਜੀ ਉਹ ਪ੍ਰੋਡਿਊਸਰ ਸੀਗੇ। ਉਹਨਾਂ ਨੇ ਕਿਸਾਨ ਮੇਲੇ ਤੇ ਪਰਫਾਰਮ ਕਰਦਾ ਸਾਨੂੰ ਵੇਖਿਆ ਸੁਣਿਆ ਸੀ। ਉਹ ਕਹਿੰਦੇ ਦੂਰਦਰਸ਼ਨ ਆਓ, ਤੇ ਸਾਡੀ ਪਹਿਲੀ ਐਂਟਰੀ 1982 'ਚ ਹੋ ਗਈ ਸੀ ਦੂਰਦਰਸ਼ਨ ਤੇ। 82 'ਚ। ਇੰਨੇ ਸਾਲ ਜੀ, ਅਸੀਂ ਤਾਂ ਸ਼ਾਇਦ ਬਿਲਕੁਲ ਛੋਟੇ 40 ਸਾਲ ਹੋ ਗਏ। ਤੇ ਇਹਦੇ 'ਚ ਇੱਕ ਗੁਣ ਤੁਹਾਡੀ ਸਿਫਤ ਹੈ ਵੀ ਅਸੀਂ ਜਦੋਂ ਬਚਪਨ 'ਚ ਅਸੀਂ ਉਦੋਂ ਵੀ ਤੁਹਾਨੂੰ ਦੇਖਦੇ ਸੀ ਤਾਂ ਇਦਾਂ ਹੀ ਨਜ਼ਰ ਆਉਂਦੇ ਸੀ। ਅੱਜ ਵੀ ਤੁਸੀਂ ਉਦਾਂ ਹੀ ਖੂਬਸੂਰਤ ਔਰ ਜਵਾਨ ਨਜ਼ਰ ਆਉਂਦੇ ਹੋ। ਇਹ ਤੁਹਾਡੀ ਸਿਹਤ ਦੀ ਮੇਨਟੇਨੈਂਸ ਦਾ ਕੀ ਰਾਜ਼ ਹੈ? ਇਹ ਸਾਡੇ ਦਰਸ਼ਕਾਂ ਨਾਲ ਵੀ ਸਾਂਝ ਪਾਓ। ਦੇਖੋ ਗੁਰਵਿੰਦਰ ਜੀ, ਹੱਸਣਾ ਹਸਾਉਣਾ ਹੀ ਤਾਂ ਨਹੀਂ ਹੈ ਕਿਤੇ, ਇਦਾਂ ਨਹੀਂ ਕਹਿ ਸਕਦੇ, ਪਰ ਮੈਂ ਕਹਿ ਸਕਦਾ ਕਿਸੇ ਵੀ ਇਨਸਾਨ ਦੀ ਜਿਹੜੀ ਪਰਸਨਲ ਲਾਈਫ ਹੈ ਨਾ, ਉਹ ਬਹੁਤ ਮੈਟਰ ਕਰਦੀ ਆ ਤੁਹਾਡੀ ਸਿਹਤ ਵਿੱਚ। ਬਿਲਕੁਲ ਸਹੀ। ਤੇ ਆਈ ਫੀਲ ਬਲੈਸਡ ਕਿ ਜੋ ਜੀਵਨ ਸਾਥਣ ਮੈਨੂੰ ਕੰਚਨ ਸ਼ਰਮਾ ਦੇ ਰੂਪ 'ਚ ਮਿਲੇ, ਤੇ ਜਿਹੜੀ ਲਾਈਫ ਅਸੀਂ ਆਫਟਰ ਮੈਰਿਜ, ਕਿਉਂਕਿ ਮੈਂ ਤੇ ਭੱਲਾ ਜੀ ਅਕਸਰ ਗੱਲ ਕਰਿਆ ਕਰਦੇ ਆ ਵੀ ਜਦੋਂ ਤੁਸੀਂ ਲਾਈਫ ਦੇ ਵਿੱਚ ਮੈਰਿਜ ਕਰਵਾ ਲੈਂਦੇ ਆ ਤੇ ਕਲਾਕਾਰ ਦੀ ਲਾਈਫ ਵਿੱਚ ਉਹਦੇ ਲਾਈਫ ਪਾਰਟਨਰ ਰੋਲ ਬਹੁਤ ਵੱਡਾ ਹੁੰਦਾ, ਕਿਉਂਕਿ ਕਲਾਕਾਰ ਨੇ ਫਿਲਮਾਂ ਕਰਨੀਆਂ, ਕਾਮੇਡੀ ਕਰਨੀ, ਸਟੇਜਾਂ ਤੇ ਜਾਣਾ, ਤੇ ਉਹ ਜਿਹੜੀ ਸਪੋਰਟ ਤੁਹਾਨੂੰ ਘਰੋਂ ਮਿਲਦੀ ਆ। ਮੈਂ ਆਪਣੇ ਭਾਬੀ ਜੀ ਮਿਸਿਸ ਪਰਮਦੀਪ ਭੱਲਾ ਦਾ ਜ਼ਿਕਰ ਕਰਨਾ ਚਾਹੂੰਗਾ। ਉਹਨਾਂ ਨੂੰ ਅਸੀਂ ਨੋਬਲ ਸੋਲ ਕਹਿੰਦੇ ਹੁੰਦੇ। ਉਹਨਾਂ ਨੇ ਇੰਨਾ ਸਪੋਰਟ ਕੀਤਾ ਭੱਲਾ ਜੀ ਨੂੰ, ਇਸ ਕਰਕੇ ਭੱਲਾ ਜੀ ਉਸ ਤੋਂ ਬਾਅਦ ਤੁਸੀਂ ਦੇਖੋ 87 ਦਾ ਕਿੰਨਾ ਨਿਖਰੇ ਆ। ਇਹ ਇਸ ਵੇਲੇ ਪੰਜਾਬੀ ਫਿਲਮਾਂ ਦਾ ਜਿਹੜਾ ਮੁਕਾਮ ਉਹਨਾਂ ਨੇ ਹਾਸਲ ਕਰ ਲਿਆ। ਜੀ ਜੀ ਜੀ। ਤੇ ਇਸੇ ਤਰ੍ਹਾਂ ਮੇਰੀ ਵਾਈਫ ਕੰਚਨ ਸ਼ਰਮਾ ਨੂੰ ਵੀ ਮੈਂ ਸਮਝਦਾ ਕਿ ਜਿਹੜਾ ਸਾਨੂੰ ਘਰੋਂ ਉਤਸ਼ਾਹ ਤੇ ਪਿਆਰ ਮਿਲਿਆ, ਤੇ ਗਾਂ ਬੱਚਿਆਂ ਵੱਲੋਂ ਸਾਨੂੰ ਜੋ ਇਹ ਕਹ ਲਓ ਵੀ ਪਰਿਵਾਰਕ ਜਿਹੜੀ ਤੁਹਾਡੀ ਲਾਈਫ ਹੈ ਨਾ, ਉਹ ਤੇ ਮੈਂ ਤਾਂ ਸਾਂਝੇ ਪਰਿਵਾਰ 'ਚ ਪਲਿਆ ਜੀ। ਮੇਰੇ ਵੱਡੇ ਬ੍ਰਦਰਸ ਦਾ, ਮੇਰੇ ਭਾਬੀਆਂ ਦਾ, ਮੇਰੀਆਂ ਭੈਣਾਂ ਦਾ, ਮੇਰੇ ਜੀਜਾ ਉਹ ਜੋ ਸਹਿਯੋਗ ਮਿਲਿਆ ਨਾ, ਉਹ ਮੈਨੂੰ ਲੱਗਦਾ ਕਿ ਸਾਡੀ ਇਸ ਨਿਖਾਰਨ 'ਚ ਇੱਕ ਰੋਲ ਹੈਗਾ ਵਾ। ਉਹ ਅੱਜ ਵੀ ਗਲੋ ਕਰ ਰਿਹਾ। ਬਿਲਕੁਲ ਜੀ, ਪਰਮਾਤਮਾ ਦੀ ਕਿਰਪਾ। ਜਦੋਂ ਅਸੀਂ ਕੇਦੀਪ ਜਾਂ ਜਗਮੋਹਨ ਕੌਰ ਹੋਣ ਦੀ ਗੱਲ ਕਰਦੇ ਤਾਂ ਉਦੋਂ ਜੋੜੀਆਂ ਦਾ ਸਮਾਂ ਸੀਗਾ, ਜੋੜੀਆਂ ਚੱਲ ਰਹੀਆਂ ਸੀ, ਔਰ ਤੁਸੀਂ ਵੀ ਛਣਕਾਟਾ ਜਿਹੜਾ ਉਹ ਜੋੜੀ ਦੇ ਤੌਰ ਤੇ ਸ਼ੁਰੂ ਕੀਤਾ ਸੀਗਾ, ਪਰ ਜੋੜੀ ਦੇ ਨਾਲ ਫਿਰ ਤੁਹਾਡੀ ਤਿੱਕੜੀ ਵੀ ਬਣ ਗਈ, ਤੇ ਜਿਹਦੇ ਵਾਸਤੇ ਪਤਾ ਨਹੀਂ ਤੁਸੀਂ ਰਾਜ਼ੀ ਸੀਗੇ ਜਾਂ ਨਹੀਂ ਸੀਗੇ। ਉਹ ਭੱਲਾ ਸਾਹਿਬ, ਤੁਸੀਂ ਤੇ ਨੀਲੂ, ਇਹ ਤਿੱਕੜੀ ਜਦੋਂ ਬਣੀ ਜਾਂ ਕਿੱਦਾਂ ਬਣੀ, ਇਹ ਸਬਬ ਕਿਵੇਂ ਬਣਿਆ, ਇਹ ਵੀ ਜ਼ਿਕਰ ਕਰੋ ਸਾਡੇ। ਗੁਰਵਿੰਦਰ ਜੀ, ਤਿੱਕੜੀ ਦਾ ਸਬਬ ਵੀ ਜਿੱਥੇ ਬੈਠੇ ਆ ਜਿਹੜੇ ਵਿਹੜੇ 'ਚ ਆਪਾਂ ਜੀ, ਇਹ ਦੂਰਦਰਸ਼ਨ ਨੇ ਬਣਾਇਆ। ਅੱਛਾ ਜੀ। ਇਹ ਲਿਸ਼ਕਾਰਾ ਪ੍ਰੋਗਰਾਮ 96-97 'ਚ ਬੜਾ ਹਿੱਟ ਸ਼ੋ, ਮੇਰੇ ਖਿਆਲ ਲੌਂਗੈਸਟ ਸ਼ੋ ਦੂਰਦਰਸ਼ਨ ਦਾ ਲਿਸ਼ਕਾਰਾ ਰਿਹਾ ਜੀ, ਔਰ ਬੜਾ ਹਰਮਨ ਪਿਆਰਾ, ਬੜਾ ਪਪੂਲਰ ਸ਼ੋ ਆ। ਬਿਲਕੁਲ ਬਿਲਕੁਲ। ਤੇ ਉਹ ਲਿਸ਼ਕਾਰਾ ਦੀ ਐਂਕਰਿੰਗ ਮੈਂ ਤੇ ਭੱਲਾ ਜੀ ਨੇ ਉਹਨੂੰ ਸ਼ੋ ਨੂੰ ਸ਼ੁਰੂ ਕੀਤਾ। ਹਰਜੀਤ ਭਾਜੀ ਉਸ ਪ੍ਰੋਗਰਾਮ ਦੇ ਪ੍ਰੋਡਿਊਸਰ ਸੀ, ਠੀਕ ਹੈ, ਡਾਇਰੈਕਟਰ ਸੀ। ਉਹਨਾਂ ਨੇ ਭੱਲਾ ਜੀ ਤੇ ਮੈਨੂੰ ਇਹ ਸਲਾਹ ਦਿੱਤੀ ਕਿ ਤੁਸੀਂ ਦੋਨੋਂ ਤਾਂ ਬੜੇ ਸਾਲਾਂ ਤੋਂ ਇੱਕ ਐਸਟੈਬਲਿਸ਼ ਹੋ ਚੁੱਕੇ, ਮਕਬੂਲ ਹੈਗੇ ਆ, ਪਰ ਜੇ ਮੈਂ ਤੁਹਾਨੂੰ ਇੱਕ ਲੜਕੀ ਜਿਹੜੀ ਨੀਲੂ ਹੈ, ਚਾਹੇ ਬੇਸਿਕਲੀ ਡਾਂਸਰ ਆ, ਕਿਉਂਕਿ ਨੀਲੂ ਦੀ ਪ੍ਰਸਿੱਧੀ ਜਿਹੜੀ ਆ ਉਦੋਂ ਹੰਸਰਾਜ ਹੰਸੀ ਦਾ ਗੀਤ ਸੀਗਾ ਵੰਜਾਰਨ ਕੁੜੀਏ, ਉਹ 'ਚ ਨੀਲੂ ਨੇ ਡਾਂਸ ਪਰਫਾਰਮ ਕੀਤਾ। ਗੁਰਵਿੰਦਰ ਜੀ, ਬੜਾ ਅੱਛਾ ਡਾਂਸ ਸੀਗਾ, ਤੇ ਕਹਿੰਦੇ ਵੀ ਇਹਨੂੰ ਤੁਸੀਂ ਨਾਲ ਆਪਣੇ ਐਂਕਰਿੰਗ 'ਚ ਲਾਓ। ਸੱਚ ਪੁੱਛਦੇ ਹੋ, ਮੈਂ ਤੇ ਭੱਲਾ ਜੀ ਰਿਲੈਕਟੈਂਟ ਸੀ। ਅੱਛਾ, ਜਿਵੇਂ ਉਹ ਪੰਜਾਬੀ 'ਚ ਕਹਾਵਤ ਨਹੀਂ, ਤੀਜਾ ਰਲਿਆ ਤੇ ਕੰਮ ਗਲਿਆ। ਪਰ ਭੱਲਾ ਜੀ ਤੇ ਮੈਂ ਜਦੋਂ ਹਰਜੀਤ ਭਾਜੀ ਨੇ ਵਾਰ-ਵਾਰ ਕਿਹਾ ਕਿ ਤੁਸੀਂ ਇੱਕ ਵਾਰੀ ਟਰਾਈ ਕਰਕੇ ਵੇਖੋ, ਟਾਈਮਿੰਗ ਮੇਰੀ ਭੱਲਾ ਜੀ ਦੀ ਮਿਲੀ ਸੀਗੀ, ਠੀਕ ਹੈ, ਤੇ ਨੀਲੂ ਦੀ ਟਾਈਮਿੰਗ ਮਿਲਾਉਣ ਨੂੰ ਥੋੜਾ ਟਾਈਮ ਵੀ ਲੱਗਣਾ ਸੀਗਾ, ਪਰ ਅਸੀਂ ਇੱਕ ਸ਼ੋਅ ਜਿਹੜਾ ਤਿੰਨਾਂ ਨੇ ਕੀਤਾ, ਭੱਲਾ ਜੀ ਨੇ ਸਕ੍ਰਿਪਟ ਲਿਖੀ, ਤੇ ਜਦੋਂ ਅਸੀਂ ਤਿੰਨਾਂ ਨੇ ਪਰਫਾਰਮ ਕੀਤਾ ਤੇ ਉਦੋਂ ਦਰਸ਼ਕਾਂ ਨੇ ਵੀ ਸਲਾਹਿਆ। ਦੂਰਦਰਸ਼ਨ ਦੇ ਜਿੰਨੇ ਵੀ ਉਦੋਂ ਪ੍ਰੋਡਿਊਸਰ ਸਾਹਿਬਾਨ ਸੀ, ਉਹਨਾਂ ਨੇ ਕਿਹਾ ਵੀ ਅੱਛਾ ਲੱਗਾ, ਚੇਂਜ ਅੱਛੀ ਲੱਗੀ। ਤੇ ਜਦੋਂ ਉਹ 3-4 ਸ਼ੋਅ ਹੋ ਗਏ ਤਾਂ ਨੀਲੂ ਦੀ ਪਰਫਾਰਮੈਂਸ ਜਿਹੜੀ ਆ, ਉਹਦੀ ਆਵਾਜ਼ ਇੰਨੀ ਟਣਕਦੀ ਆ, ਇੰਨਾ ਉਹਦਾ ਮਤਲਬ ਕੌਨਫੀਡੈਂਸ ਸੀਗਾ ਸਟੇਜ ਤੇ ਬੋਲਣ ਦਾ। ਤੇ ਉਦੋਂ ਸਾਨੂੰ ਫਿਰ ਜਰਨੈਲ ਘਮਾਨ ਜੀ ਨੇ ਸਲਾਹ ਦਿੱਤੀ ਕਿ ਆਪਾਂ ਛਣਕਾਟੇ ਵਿੱਚ ਵੀ ਜੇ ਤਿੱਕੜੀ ਕਰ ਲਈਏ, ਭੱਲਾ ਜੀ ਤੁਸੀਂ ਹੁੰਨੇ ਆ ਚਾਚਾ ਭਤੀਜਾ, ਤੇ ਉਹਨੂੰ ਨਾਲ ਲੈ ਲਈਏ, ਤਾਂ ਅਸੀਂ ਛਣਕਾਟਾ 96-97 ਦਾ ਨੀਲੂ ਨਾਲ ਸ਼ੁਰੂ ਕੀਤਾ। ਅੱਛਾ, 7 ਛਣਕਾਟੇ ਆ ਚੁੱਕੇ ਸੀਗੇ, ਪਰ ਨੀਲੂ ਜੀ ਦੇ ਆਉਣ ਤੋਂ ਬਾਅਦ ਛਣਕਾਟੇ ਹੋਰ ਵਧੇ, ਤਾਂ ਸਾਨੂੰ ਲੱਗਾ ਕਿ ਇਹ ਤਿੱਕੜੀ ਜਿਹੜੀ ਆ ਇਹ ਜਾਣੀ ਚਾਹੀਦੀ, ਲੋਕਾਂ ਕਾਮਯਾਬ ਹੋਈ। ਸਾਡੇ ਕੋਲ ਨੀਲੂ ਜੀ ਵੀ ਆ ਕੇ ਗਏ ਇੱਥੇ ਇਸੇ ਪ੍ਰੋਗਰਾਮ ਦੇ ਵਿੱਚ, ਤੇ ਜ਼ਿਕਰ ਉਹਨਾਂ ਨੇ ਜਦੋਂ ਤੁਹਾਡਾ ਤੇ ਭੱਲਾ ਸਾਹਿਬ ਦਾ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਤੁਹਾਡੀ ਭੂਮਿਕਾ ਜ਼ਿਆਦਾ ਰੈਫਰੀ ਦੀ ਰਹਿੰਦੀ ਸੀ। ਤੇ ਰੈਫਰੀ ਵਾਲੀ ਕਿਵੇਂ ਰਹਿੰਦੀ ਸੀ? ਉਹ ਤਾਂ ਜੀ ਨੋਕ ਝੋਂਕ, ਜਦੋਂ ਮਤਲਬ ਇਹ ਕਹ ਲਓ ਵੀ ਸੈੱਟ ਦੇ ਉੱਪਰ ਕੋਈ ਵੀ ਕਲਾਕਾਰ ਆਪਸ ਜਦੋਂ ਥੋੜੀ ਬਹੁਤੀ ਹੁੰਦੀ ਆ, ਤਾਂ ਉਦੋਂ ਫਿਰ ਜਦੋਂ ਉਹਨਾਂ ਦੀ ਕਸ਼ਮਕਸ਼ ਲੜਾਈ 'ਚ ਬਦਲ ਜਾਣੀ ਤੇ ਭੱਲਾ ਜੀ ਤੇ ਨੀਲੂ ਨੇ ਗੁੱਸੇ ਹੋ ਜਾਣਾ, ਉਦੋਂ ਫਿਰ ਇਹ ਭੂਮਿਕਾ ਮੈਨੂੰ ਮਿਲਣੀ। ਨੀਲੂ ਨੇ ਮੈਨੂੰ ਕਹਿਣਾ, ਸ਼ਰਮਾ ਜੀ ਹੁਣ ਚਲੋ, ਅਸੀਂ ਉਸ ਵੇਲੇ ਹੋ ਗਿਆ ਸੀਗਾ ਕੋਈ ਮਿਸਅੰਡਰਸਟੈਂਡਿੰਗ ਹੋ ਗਈ ਸੀ, ਉਦੋਂ ਫਿਰ ਰੈਫਰੀ ਵਾਕਈ ਤੁਹਾਡੀ ਗੱਲ ਮੈਂ ਬਣਨਾ। ਤੇ ਇਦਾਂ ਦੀ ਇੱਕ ਮਤਲਬ ਕਹਿ ਲਓ ਸਾਡੇ
ਪਰਫਾਰਮੈਂਸ ਦੇ ਰਹੇ ਸੀ ਅਸੀਂ ਇੱਕ ਸੈੱਟ ਦੇ ਉੱਪਰ। ਉਹ ਸੀਗਾ 99 98 ਵਿੱਚ ਕੋਈ ਪ੍ਰਾਈਵੇਟ ਸ਼ੋਅ ਸੀਗਾ ਫੁਲਕਾਰੀ। ਤੇ ਉਹਦੇ ਵਿੱਚ ਗੁਰਵਿੰਦਰ ਜੀ ਅਸੀਂ ਰਾਤ ਨੂੰ ਦਸੰਬਰ ਮਹੀਨੇ 'ਚ ਨਵੇਂ ਸਾਲ ਦਾ ਸ਼ੋਅ ਸੀਗਾ ਜੀ। ਅਸੀਂ ਸੈੱਟ ਤੇ ਓਪਨ ਆਊਟਡੋਰ ਸ਼ੂਟਿੰਗ ਸੀਗੀ, ਰਾਤ ਦੇ 1:30 2 ਵੱਜ ਗਏ ਤੇ ਠੰਡ ਨਾਲ ਹੁਣ ਜਿਹੜੇ ਆਪਾਂ ਮੇਲ ਲੋਕ ਆ ਆਪਾਂ ਤਾਂ ਕਾਫੀ ਸੂਟ ਬੂਟ ਪਾ ਲੈਂਦੇ ਆ ਜੀ ਜੀ। ਤੇ ਲੜਕੀਆਂ ਨੂੰ ਤਾਂ ਵੀ ਲਹਿੰਗੇ ਪਾਉਣੇ ਜਾਂ ਜਿਹੜੇ ਕੱਪੜੇ ਪਾਉਣੇ ਪਤਾ ਸਵਾਟਰ ਲੜਕੀਆਂ ਸੈੱਟ ਤੇ ਪਾਉਣਾ ਲਾਈਕ ਨਹੀਂ ਕਰਦੀਆਂ। ਤੇ ਉਦੋਂ ਕੀ ਹੋਇਆ ਜੀ ਕਿ ਜਦੋਂ ਅਸੀਂ ਉੱਥੇ ਰਾਤ ਨੂੰ ਸ਼ੂਟਿੰਗ ਕਰਾ ਰਹੇ ਸੀਗੇ ਤੇ ਨੀਲੂ ਜੀ ਨੂੰ ਠੰਡ ਬਹੁਤ ਲੱਗ ਰਹੀ ਸੀ। ਅੱਛਾ। ਉਹ ਚਾਹਵੇ ਵੀ ਆਪਾਂ ਹੁਣ ਖਤਮ ਕਰ ਦਈਏ ਬਾਕੀ ਨੈਕਸਟ ਡੇ ਕਰਾਂਗੇ। ਤੇ ਭੱਲਾ ਜੀ ਨੂੰ ਸੀਗਾ ਵੀ ਦੁਬਾਰਾ ਕਿੱਥੇ 25 ਦਸੰਬਰ ਸੀਗਾ ਵੀ 6 ਦਿਨ ਬਾਅਦ ਸ਼ੋਅ ਰਿਲੀਜ਼ ਹੋਣਾ ਵਾ ਤੇ ਐਡੀਟਿੰਗ ਵੀ ਕਰਨੀ ਆ ਵੀ ਆਪਾਂ ਕੰਮ ਨਿਬੜਦਾ ਕਰਕੇ ਜਾਈਏ। ਤਾਂ ਅਸੀਂ ਰਾਤ ਨੂੰ ਜਦੋਂ 1:30 2 ਵੱਜ ਗਏ ਤੇ ਨੀਲੂ ਜੀ ਨੇ ਰਿਫਿਊਜ਼ ਕਰਤਾ ਤੇ ਸਾਡੇ ਆਹ ਲੈਪਲ ਮਾਈਕ ਲੱਗੇ ਸੀ ਜੀ। ਅੱਛਾ ਜੀ। ਤੇ ਅਸੀਂ ਭੁੱਲ ਗਏ ਵੀ ਅਸੀਂ ਜੇ ਲੈਪਲ 'ਚ ਬੋਲਾਂਗੇ ਤੇ ਨੀਲੂ ਜੀ ਜਾ ਕੇ ਉੱਥੇ ਮੋਨੀਟਰ ਕੋਲ ਬੈਠ ਗਏ, ਅਸੀਂ ਕਿਤੇ ਬਾਥਰੂਮ ਚਲੇ ਗਏ ਤੇ ਭੱਲਾ ਜੀ ਉਦੋਂ ਬਾਥਰੂਮ 'ਚ ਕਹਿੰਦੇ ਹੁਣ ਸਾਨੂੰ ਭੁੱਲ ਗਿਆ ਵੀ ਲੈਪਲ ਲੱਗਾ ਹੋਇਆ। ਕਹਿੰਦੇ ਵੱਡੀ ਮਾਧੁਰੀ ਦੀਕਸ਼ਿਤ ਬਣੀ ਹੋਈ ਆ। ਉਹ ਗੱਲ ਹੁਣ ਨੀਲੂ ਨੇ ਸੁਣ ਲਈ। ਅੱਛਾ। ਉਹ ਕਹਿੰਦੀ ਅੱਛਾ ਤੁਸੀਂ ਮੇਰੀ ਆਹ ਗੱਲ ਕੀਤੀ। ਉਹ ਤਾਂ ਜੀ ਵਿਚਰ ਗਈ, ਕਹਿੰਦੀ ਮੈਂ ਨਹੀਂ ਸ਼ੂਟਿੰਗ ਕਰਦੀ। ਉਹ ਪ੍ਰੋਡਿਊਸਰ ਸਾਹਿਬ ਮਗਰ ਜੀ ਮੈਂ ਹੁਣ ਪਲੀਜ਼ ਇੰਨਾ ਖਰਚਾ ਕੀਤਾ ਹੋਇਆ ਅੱਜ ਸ਼ੂਟਿੰਗ ਖਤਮ ਕਰਕੇ ਜਾਓ। ਉਹ ਕਹਿੰਦੀ ਨਹੀਂ। ਉਹ ਕਰਾ ਕੇ ਜੀ ਮੈਂ ਵਿੱਚ ਪੈ ਕੇ ਮਸੀ ਨੀਲੂ ਨੂੰ ਮਨਾਇਆ ਤੇ ਭੱਲਾ ਜੀ ਨੂੰ ਕਿਹਾ ਕੋਈ ਨਹੀਂ ਭੱਲਾ ਜੀ ਜੇ ਹੁਣ ਕਹਿ ਹੀ ਦਿੱਤਾ ਤੇ ਮਾਧੁਰੀ ਦੀਕਸ਼ਿਤ ਆਪਾਂ ਨੂੰ ਕਹੀਏ ਸ਼ੂਟਿੰਗ ਖਤਮ ਕਰਨੀ ਆ। ਸੋ ਕਹਿੰਦਾ ਭਾਵਾ ਵੀ ਜਦੋਂ ਆਪਾਂ ਇਹ ਲੈਪਲ ਦੇ ਪੰਗੇ ਹੁੰਦੇ ਆ ਉਹ ਮੋਨੀਟਰ ਸੁਣ ਲਿਆ ਉਹਨੇ। ਸੋ ਇਦਾਂ ਦੀ ਮਾੜੀ ਮੋਟੀ ਨੋਕ ਚੋਕ ਚੱਲਦੀ ਰਹਿੰਦੀ ਸੀ। ਹਾਂ। ਸੋ ਜਿਵੇਂ ਕਿ ਤੁਸੀਂ ਰਿਕਾਰਡਿੰਗ ਦੇ ਵੇਲੇ ਗੱਲ ਕੀਤੀ ਕਿ ਸਟੂਡੀਓ ਦੇ ਵਿੱਚ ਵੀ ਤੁਸੀਂ ਇਹ ਭੁੱਲ ਜਾਂਦੇ ਸੀਗੇ ਕਿ ਮਾਈਕ ਲੱਗੇ ਤੇ ਮਾਈਕ ਦੇ ਮੂਹਰੇ ਹੀ ਕਰਨਾ ਤੇ ਪਰਫਾਰਮ ਹੀ ਕਰਨ ਲੱਗ ਪੈਂਦੇ ਸੀਗੇ। ਇਹ ਪਿਛਲੀਆਂ ਮੰਚ ਦੇ ਪਿੱਛੇ ਦੀਆਂ ਗੱਲਾਂ ਨੇ ਜਿਹੜੀਆਂ ਕਿ ਸ਼ਾਇਦ ਸਾਡੇ ਬਹੁਤੇ ਦਰਸ਼ਕ ਨਹੀਂ ਜਾਣਦੇ ਹੋਣਗੇ। ਤੁਹਾਡੇ ਇੱਕ ਨਾ ਉਹ ਅੰਗਰੇਜ਼ੀ ਤੇ ਪੰਜਾਬੀ ਨੂੰ ਲੈ ਕੇ ਤੁਸੀਂ ਕੁਝ ਘੜਿਆ ਸੀਗਾ, ਜੇ ਤੁਸੀਂ ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਓ। ਇਦਾਂ ਸੀਗਾ ਆਪਣਾ ਗੁਰਵਿੰਦਰ ਜੀ ਵੀ ਜਦੋਂ ਅਸੀਂ ਫੋਰਨ ਜਾਣ ਲੱਗੇ ਨਾ ਜੀ ਤੇ ਪਹਿਲੀ ਵਾਰ ਅਸੀਂ 91 92 ਸ਼ਾਇਦ ਇੰਗਲੈਂਡ ਬਹੁਤ ਸਾਰੇ ਸ਼ੋਅ ਕੀਤੇ ਨੇ ਤੁਸੀਂ। ਜੀ ਬੜੇ ਸ਼ੋਅ ਕੀਤੇ, ਬੜੇ ਕੰਟਰੀਜ਼ 'ਚ ਦੇਖਿਆ। ਤਾਂ ਉਦੋਂ ਫਿਰ ਜੱਸੋਵਾਲ ਸਾਹਿਬ ਨੂੰ ਬੇਨਤੀ ਕੀਤੀ ਕਿ ਸਰ ਵੀ ਮੈਂ ਇੰਗਲੈਂਡ ਚੱਲਿਆ ਤੇ ਉੱਥੇ ਜਾ ਕੇ ਨਾ ਜਿਹੜੀ ਵੀਕਐਂਡ ਆ ਸ਼ਨੀ ਐਤਵਾਰ ਉਦੋਂ ਤਾਂ ਅਸੀਂ ਪਰਫਾਰਮ ਕਰਿਆ ਕਰਨਾ ਸਟੇਜ ਤੇ ਤੇ ਵੀਕਡੇਜ਼ ਤੇ ਮੰਡੇ ਟੂ ਫਰਾਈਡੇ ਵਿਹਲੇ ਹੋਇਆ ਕਰਨਾ। ਤੇ ਤੁਹਾਡੀ ਬੜੀ ਵਾਕਫੀਤਾ ਕੋਈ ਕਿਸੇ ਅੰਗਰੇਜ਼ ਨੂੰ ਕਿਹਾ ਕਿ ਸਿਫਾਰਿਸ਼ ਕਰੋ ਮੇਰੀ, ਉੱਥੇ ਮੈਨੂੰ ਕੋਈ ਜੌਬ ਜੂ ਮਿਲ ਜੂ। ਜੱਸੋਵਾਲ ਸਾਹਿਬ ਕਹਿੰਦੇ ਮੇਰਾ ਕਾਰਡ ਲੈ ਜਾ ਤੇ ਬਰਮਿੰਗਮ ਮੇਰਾ ਦੋਸਤ ਹੈ ਅੰਗਰੇਜ਼ ਮਿਸਟਰ ਲਾਰੈਂਸ ਪੋਟੇ ਤੇ ਮੇਰੀ ਬੜੀ ਅੱਛੀ ਗੱਲਬਾਤ ਉਹਦੇ ਨਾਲ, ਉਹਨੂੰ ਜਾ ਕੇ ਮੇਰਾ ਕਾਰਡ ਦਿਖਾ ਕੇ ਵੀ ਜਸਵਾਲ ਸਾਹਿਬ ਨੇ ਭੇਜਿਆ ਤੇ ਨੌਕਰੀ ਮਿਲ ਜੂ। ਤੇ ਗੁਰਿੰਦਰ ਜੀ ਅਸੀਂ ਗਏ ਤੇ ਮੈਂ ਜਾ ਕੇ ਕਾਰਡ ਦਿੱਤਾ ਮੰਡੇ ਨੂੰ ਜਾ ਕੇ, ਮੈਂ ਕਿਹਾ ਪੁੱਟੇ ਸਾਹਿਬ ਜਸਵਾਲ ਸਾਹਿਬ ਨੇ ਭੇਜਿਆ ਕੋਈ ਨੌਕਰੀ ਦੇ ਦਿਓ। ਉਹ ਕਹਿੰਦੇ ਵੀ ਸ਼ਰਮਾ ਆਪਕੋ अंग्रेजी आती है? मैं क्या पोटे साहब अंग्रेजी की मैंने तो अंग्रेजाबी भी आती है। वो कहता जी अंग्रेजाबी क्या होती है? मैं क्या चिंता ना करो जी पोटे साहब, मैं मंजे नूं बैड कहूँ, धागे नूं थ्रैड कहूँ, सिक्के नूं लैड कहूँ ते लाल नूं रेड कहूँ। मैं मंजे नूं बैड कहूँ, धागे नूं थ्रैड कहूँ, सिक्के नूं लैड कहूँ, लाल नूं रेड कहूँ। गुसलखाने थां वाशरूम दे टब च बह के नहावांगे, तुहाडी अंग्रेजी सिੱਖ के ਉਹਨੂੰ ਆਪਣੇ ਘਰੇ ਵਸਾਵਾਂਗੇ, ਜੇ ਕਹੋਗੇ ਤਾਂ ਕਦੇ ਕਦੇ ਪੰਜਾਬੀ ਤੁਹਾਨੂੰ ਵੀ ਸਿਖਾਵਾਂਗੇ। ਅੱਛਾ। ਮੈਂ ਕਿਹਾ ਮੈਂ ਰੋਡ ਕਹੂੰਗਾ ਸੜਕਾਂ ਨੂੰ, ਲਵਲੀ ਆਖੂ ਮੇਮ ਦੀਆਂ ਮੜਕਾਂ ਨੂੰ ਤੇ ਫਾਈਟ ਕਹੂੰਗਾ ਝੜਪਾਂ ਨੂੰ। ਜਿੱਦਣ ਔਖੇ ਹੋਵਾਂਗੇ ਸ਼ਟ ਅਪ ਕਰਕੇ ਚੁੱਪ ਕਰਾਵਾਂਗੇ। ਅੰਗਰੇਜ਼ੀ ਤੁਹਾਡੀ ਸਿੱਖ ਕੇ ਉਹਨੂੰ ਆਪਣੇ ਘਰੇ ਵਸਾਵਾਂਗੇ, ਜੇ ਕਹੋਗੇ ਤਾਂ ਪੰਜਾਬੀ ਤੁਹਾਨੂੰ ਵੀ ਸਿਖਾਵਾਂਗੇ। ਮੈਂ ਕਿਹਾ ਜੇ ਮੈਂ ਪਲਾਂਟ ਕਹੂੰਗਾ ਬੂਟੇ ਨੂੰ, ਮੈਂ ਪਲਾਂਟ ਕਹੂੰਗਾ ਬੂਟੇ ਨੂੰ ਤੇ ਸਵਿੰਗ ਪੀਂਗ ਦੇ ਝੂਟੇ ਨੂੰ, ਮੈਂ ਪਲਾਂਟ ਕਹੂੰਗਾ ਬੂਟੇ ਨੂੰ ਸਵਿੰਗ ਪਿੰਗ ਦੇ ਝੂਟੇ ਨੂੰ, ਜਿੱਦਣ ਹੋਊਗਾ ਰੇਨੀ ਉਦੋਂ ਇੰਡੋਰ ਪੈਗ ਲਗਾਵਾਂਗੇ। ਅੰਗਰੇਜ਼ੀ ਤੁਹਾਡੀ ਸਿੱਖ ਕੇ ਹੁਣ ਆਪਣੇ ਘਰੇ ਵਸਾਵਾਂਗੇ, ਜੇ ਕਹੋਗੇ ਤਾਂ ਪੰਜਾਬੀ ਤੁਹਾਨੂੰ ਵੀ ਸਿਖਾਵਾਂਗੇ। ਕਹਿੰਦਾ ਓਕੇ ਮਿਸ ਸ਼ਰਮਾ ਯੂ ਆਰ ਅਪਰੂਵਡ, ਪਰ ਤੂੰ ਕੰਮ ਕੀ ਕਰ ਲੂੰਗਾ? ਮੈਂ ਕਿਹਾ ਜੀ ਖੇਤੀਬਾੜੀ ਦੇ ਬੰਦੇ ਆ, ਜਿਹੜਾ ਮਰਜ਼ੀ ਕੰਮ ਕਰਾ ਲਓ। ਕਹਿੰਦਾ ਬਰਮਿੰਗਮ ਕੇ ਬਾਹਰ ਬਾਹਰ ਮੇਰਾ ਗਾਈਆਂ ਕਾ ਵਾੜਾ, ਉੱਥੇ ਧਾਰਾਂ ਕੱਢਿਆ ਕਰਨੀਆਂ। ਮੈਂ ਕਿਹਾ ਜੀ ਕੰਮ ਆ ਕੋਈ? ਲੋ ਜੀ ਆਪਾਂ ਗਾਈਆਂ ਦੀ ਧਾਰਾਂ ਕੱਢਣ ਲੱਗੇ। ਇੱਕ ਦਿਨ ਗੁਰਿੰਦਰ ਜੀ ਕੀ ਹੋਇਆ, ਭੁੱਲ ਭੁਲੇਖੇ ਵਾੜੇ 'ਚ ਮੱਝ ਆ ਗਈ, ਉਧਰੋਂ ਪੋਟੇ ਦੀ ਮੇਮ ਘਰ ਵਾਲੀ ਉਹਦੀ ਆ ਗਈ। ਮੈਨੂੰ ਕਹਿੰਦੇ ਮਿਸ ਸ਼ਰਮਾ ਮੱਝ ਵੱਲ ਦੇਖ ਕੇ ਵਟ ਇਜ਼ ਦਿਸ? ਮੈਂ ਕਿਹਾ ਮੇਮ ਸਾਹਿਬ ਜੀ ਦਿਸ ਇਜ਼ ਮੱਝ। ਇਹ ਮੱਝ क्या होता है? मैं क्या मेम साहब जी मझ होता है नहीं, मझ होती है। कहती मझ क्या होती है? मैं क्या एक्सक्यूज मी जिवें तुसीं मिस्टर पोटे दी मेम आ? कहती हाँ जी। मैं क्या उवें झोटे दी मेम आ। शट अप। ਸੋ ਇਹ ਤੁਸੀਂ ਪੰਜਾਬੀ ਤੇ ਅੰਗਰੇਜ਼ੀ ਦਾ ਹੈ। ਬਸ 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 ਉਦੋਂ ਬਾਅਦ ਹੋਰ ਪੰਗਾ ਹੋ ਗਿਆ ਜੀ। ਹਾਂ ਜੀ। ਉਹ ਜੀ ਮੈਨੂੰ ਨੌਕਰੀ ਕੱਢਣ ਲੱਗਾ। ਅੱਛਾ। ਮੈਂ ਕਿਹਾ ਜੀ ਮੈਂ ਗੋਡੇ ਫੜ ਲਏ। ਮੈਂ ਕਿਹਾ ਜੀ ਮੈਨੂੰ ਪੁਲਿਸ ਨੌਕਰੀ ਨਾ ਕੱਢੋ। ਕਹਿੰਦਾ ਓਕੇ
ਮੈਂ ਤੈਨੂੰ ਕੁਐਸਚਨ ਪੁੱਛੂੰਗਾ, ਉਹਦਾ ਜਵਾਬ ਦੇ ਦੇ। ਜੇ ਠੀਕ ਜਵਾਬ ਦਿੱਤਾ ਆਈ ਵਿਲ ਸਟਿਲ ਰਿਟੇਨ ਯੂ, ਮੈਂ ਤਾਂ ਨੌਕਰੀ ਰੱਖੂੰਗਾ। ਮੈਂ ਕਿਹਾ ਜੀ ਪੁੱਛੋ। ਕਹਿੰਦਾ ਮੇਰਾ ਕੁਐਸਚਨ ਆ ਕਿ ਟੂ ਲਵ ਯੂਰ ਵਾਈਫ ਇਜ਼ ਏ ਡਿਊਟੀ ਔਰ ਏ ਪਲੇਅਰ ਆਫ ਏ ਮੈਨ। ਮੈਂ ਕਿਹਾ ਜੀ ਪੰਜਾਬੀ ਸਮਝਾ ਮੈਨੂੰ। ਕਹਿੰਦਾ ਮੈਂ ਆਪਣੀ ਘਰ ਵਾਲੀ ਨੂੰ ਪਿਆਰ ਕਰਦਾ, ਆਪਣੀ ਮੇਮ ਨੂੰ ਪਿਆਰ ਕਰਦਾ, ਇਹ ਡਿਊਟੀ ਸਮਝ ਕਰਦਾ ਕਿ ਖੁਸ਼ੀ ਨਾ ਕਰਦਾ। ਮੈਂ ਕਿਹਾ ਦੁਰ ਫਿੱਟੇ ਮੂੰਹ ਤੇਰਾ, ਤੂੰ ਆਪਣੀ ਘਰ ਵਾਲੀ ਨੂੰ ਖੁਸ਼ੀ ਨਾਲ ਪਿਆਰ ਕਰਦਾ। ਕਹਿੰਦਾ ਡਿਊਟੀ ਕਿਉਂ ਨਹੀਂ? ਮੈਂ ਕਿਹਾ ਡਿਊਟੀ ਹੋਵੇ ਤੁਸੀਂ ਮੈਨੂੰ ਨਾ ਭੇਜਦੇ, ਜਾ ਓਏ। ਸੋ ਇਦਾਂ ਸ਼ੁਗਲ ਚੱਲਦੇ ਰਹਿੰਦੇ ਸੀ ਜੀ। ਜੀ ਜੀ। ਅੱਛਾ, ਇੱਕ ਆਰਟਿਸਟਾਂ ਦੇ ਵਿੱਚ ਨਾ ਇੱਕ ਹੁੰਦਾ ਹੈ ਕਿ ਤੂੰ ਜ਼ਿਆਦਾ ਛਾਨਾ ਪਿਆ ਵਾ ਜਾਂ ਮੈਨੂੰ ਮੌਕਾ ਨਹੀਂ ਮਿਲ ਰਿਹਾ, ਐਕਸਪੋਜ਼ਰ ਨਹੀਂ ਮਿਲ ਰਿਹਾ। ਸੋ ਉੱਥੇ ਕਨਫਲਿਕਟ ਖੜਾ ਹੋ ਜਾਂਦਾ ਹੈ, ਇੱਕ ਮਤਭੇਦ ਹੋ ਜਾਂਦਾ ਹੈ। ਪਰ ਤੁਹਾਡੀ ਜੋੜੀ ਜਾਂ ਤਿੱਕੜੀ ਜਿਹੜੀ ਹੈ ਉਹ ਬੜੀ ਕਾਮਯਾਬੀ ਦੇ ਨਾਲ ਬੜੇ ਸਾਲਾਂ ਤੋਂ ਇਹ ਕੰਮ ਕਰਦੀ ਆ ਰਹੀ ਹੈ। ਤੇ ਇੱਕ ਤਾਂ ਹੁੰਦਾ ਹੈ ਲਿਖਤੀ ਤੌਰ 'ਤੇ ਤੁਹਾਡੇ ਇੱਕ ਐਗਰੀਮੈਂਟ ਹੁੰਦਾ ਹੈ, ਇੱਕ ਹੁੰਦਾ ਜਿਹੜਾ ਦਿਸਦਾ ਨਹੀਂ ਹੁੰਦਾ ਪਰ ਆਪਸ ਦੇ ਵਿੱਚ ਹੁੰਦਾ ਜ਼ਰੂਰ ਹੈ ਤਾਲਮੇਲ। ਉਹ ਜਿਹੜਾ ਦਿਸਦਾ ਨਹੀਂ ਐਗਰੀਮੈਂਟ ਹੈ ਉਹ ਕੀ ਹੁੰਦਾ ਹੈ ਤੁਹਾਡਾ ਤੇ ਭੱਲਾ ਜੀ ਦੇ ਦਰਮਿਆਨ? ਗੁਰਵਿੰਦਰ ਜੀ ਬੜਾ ਸੈਂਸਿਟਿਵ ਤੁਸੀਂ ਸਵਾਲ ਕਰਤਾ, ਬਟ ਆਈ ਵਿਲ ਨਾਟ ਰਿਲੈਕਟੈਂਟ ਟੂ ਸ਼ੇਅਰ ਦ ਰਿਐਲਿਟੀਜ਼। ਜੀ ਜੀ ਜੀ। ਕਿ ਬੇਸਿਕਲੀ ਸਾਡੇ ਇੰਜਨ ਤਾਂ ਹੈਗੇ ਆ ਜਸਵਿੰਦਰ ਭੱਲਾ ਜੀ, ਦੁਨੀਆ ਪਿਆਰ ਕਰਦੀ ਆ। ਮੇਰੇ ਖਿਆਲ 33-34 ਲੱਖ ਤੋਂ ਵੱਧ ਉਹਨਾਂ ਦੇ ਫੇਸਬੁੱਕ ਤੇ ਫੈਨ ਹੈਗੇ ਆ। ਇੰਨਾ ਕੁ ਉਹ ਬਿਜ਼ੀ ਆਰਟਿਸਟ ਆ। ਮੈਨੂੰ ਖੁਸ਼ੀ ਹੈ ਵੀ ਉਹ ਸੋਸ਼ਲ ਮੀਡੀਆ ਆਪ ਆਪਰੇਟ ਕਰਦੇ ਸਾਰਾ, ਔਰ ਬੜਾ ਲੋਕਾਂ ਨੂੰ ਖੁਸ਼ ਰੱਖਦੇ, ਜਵਾਬ ਦਿੰਦੇ, ਹਰ ਨਾਲ ਆਪ 1 to 1 ਗੱਲ ਕਰਦੇ ਆ। ਐਨੀਹੋ ਉਸ ਇੰਜਨ ਦੇ ਡੱਬੇ ਜਿਹੜੇ ਉਹ ਮੈਂ ਤੇ ਨੀਲੂ ਹੈਗੇ ਆ। ਤੇ ਜਿਹੜਾ ਤੁਸੀਂ ਪੁੱਛਿਆ ਵੀ ਅਨਰਿਟਨ ਐਗਰੀਮੈਂਟ ਨਾ, ਵਾਕਈ ਮੈਨੂੰ ਯਾਦ ਆ ਰਿਹਾ ਸੀ 93-94 ਚ ਜਦੋਂ ਪਹਿਲੀ ਵਾਰੀ ਕੈਨੇਡਾ ਪਰਫਾਰਮੈਂਸ ਤੇ ਗਏ ਸਟੈਂਡ ਅਪ ਕਾਮੇਡੀ ਸ਼ੋਜ਼ ਦੇ ਵਾਸਤੇ। ਵਿਸਾਖੀ ਤੇ ਹਰ ਸਾਲ ਜਾਂਦੇ ਰਹੇ ਅਸੀਂ, 10-15-20 ਸਾਲ ਹਰ ਸਾਲ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਜਾਣਾ। ਤੇ ਉੱਥੇ ਨਾ ਇੱਕ ਵੈਨਕੂਵਰ ਚ ਜਿਵੇਂ ਤੁਸੀਂ ਟੀਵੀ ਹੋਸਟ ਹੈਗੇ ਆ ਗੁਰਵਿੰਦਰ ਜੀ, ਇਸ ਤਰ੍ਹਾਂ ਇੱਕ ਸੁਸ਼ਮਾ ਮੈਡਮ ਸੀਗੇ, ਮੈਨੂੰ ਯਾਦ ਹੈ ਆਸ਼ੀਰਵਾਦ ਟੀਵੀ ਸੀ ਜਾਂ ਉਹ, ਮਤਲਬ ਸ਼ੀ ਵਾਜ਼ ਵੈਰੀ ਲੀਡਿੰਗ ਐਂਕਰ। ਤੇ ਜਿੰਨੇ ਵੀ ਇੱਥੋਂ ਪੰਜਾਬ ਇੰਡੀਆ ਤੋਂ ਕਲਾਕਾਰ, ਅਮਿਤਾਭ ਬੱਚਨ ਸਾਹਿਬ ਨੂੰ ਵੀ ਉਹਨੇ ਹੋਸਟ ਕਰਨਾ। ਤੇ ਉਹ ਸਾਡੇ ਜਿਹੜੇ ਪ੍ਰਮੋਟਰ ਸਾਨੂੰ ਮੈਨੂੰ ਤੇ ਭੱਲਾ ਜੀ ਨੂੰ ਲਾਈਵ ਸ਼ੋਅ ਤੇ ਲੈ ਗਏ। ਹੁਣ ਲਾਈਵ ਸ਼ੋਅ ਤੇ ਉਹਨਾਂ ਦਾ ਪਰਪਸ ਕੀ, ਪ੍ਰਮੋਟਰ ਨੇ ਕਹਿਣਾ ਤਾਂ ਵੀ ਜਿਹੜੇ ਕਲਾਕਾਰ ਆ ਗਏ ਆ ਇਹਨਾਂ ਦਾ ਲੋਕਾਂ ਨੂੰ ਅਸੀਂ ਰੂਬਰੂ ਕਰ ਦਈਏ, ਲੋਕੀ ਟਿਕਟ ਬਾਏ ਕਰ ਲੈਣ, ਯਕੀਨ ਹੋਵੇ ਵੀ ਕਲਾਕਾਰ ਪਹੁੰਚ ਚੁੱਕੇ ਆ। ਹਾਂ ਠੀਕ। ਯੈਸ, ਉਹ ਸੁਸ਼ਮਾ ਜੀ ਨੇ ਸਾਨੂੰ ਲਾਈਵ ਜਿੱਦਾਂ ਤੁਸੀਂ ਕਰ ਰਹੇ ਆ ਹੁਣ ਲਾਈਵ ਤੇ ਭੱਲਾ ਜੀ ਨੇ ਮੈਨੂੰ ਬਿਠਾ ਲਿਆ ਤੇ ਇਦਾਂ ਦੇ ਸਵਾਲ ਕਰਨ ਲੱਗੀ, ਭੱਲਾ ਜੀ, ਸ਼ਰਮਾ ਜੀ ਸ਼ਨਕਾਟਾ 'ਚ ਲਿਖਦੇ ਆ, ਤੁਹਾਡੀ ਭੱਲਾ ਜੀ ਕਿੰਨੀ ਕੰਟਰੀਬਿਊਸ਼ਨ ਹੁੰਦੀ ਆ? ਸ਼ਰਮਾ ਜੀ ਤੁਹਾਡੀ ਕਿੰਨੀ ਕੰਟਰੀਬਿਊਸ਼ਨ ਹੁੰਦੀ ਆ? ਫਿਰ ਜਦੋਂ ਪੇਮੈਂਟ ਮਿਲਦੀ ਆ ਉਹ ਪੇਮੈਂਟ ਫਿਰ ਤੁਸੀਂ ਕਿਵੇਂ ਵੰਡਦੇ ਆ? ਤੇ ਭੱਲਾ ਜੀ ਕਹਿੰਦੇ ਸੁਸ਼ਮਾ ਜੀ ਮਾਫ ਕਰਨਾ, ਸਾਡੀ ਇੰਟਰਵਿਊ ਲੈਣ ਲੱਗੇ ਕਿ ਸਾਡੀ ਲੜਾਈ ਕਰਾਉਣ ਲੱਗੇ ਆ। ਯਾਨੀ ਕਿ ਇਹ ਗੱਲ ਮੀਡੀਆ ਤੇ ਪੁੱਛਣਾ ਨਹੀਂ ਹੁੰਦਾ। ਪਰ ਮੈਂ ਫਿਰ ਮੈਡਮ ਨੂੰ ਕਹਿਤਾ, ਮੈਂ ਕਿਹਾ ਮੈਡਮ ਜੀ ਜਿੱਥੇ ਤੁਸੀਂ ਚਾਹੁੰਦੇ ਪਹੁੰਚਣਾ ਤੁਹਾਨੂੰ ਮੈਂ ਦੱਸਦਾ ਕਿ ਭੱਲਾ ਜੀ ਤੇ ਮੇਰਾ ਇੱਕ ਟ੍ਰਾਂਸਪੇਰੈਂਟ ਐਗਰੀਮੈਂਟ ਹੈ। ਠੀਕ ਹੈ। ਐਗਰੀਮੈਂਟ ਕੀ ਆ ਕਿ ਜਿਵੇਂ ਆਪਾਂ ਹਾਕੀ ਦੀ ਗੇਮ ਖੇਡਦੇ ਆ, ਬਿਲਕੁਲ, ਜਿਹੜਾ ਬੰਦਾ ਡੀਪ ਜਾ ਕੇ ਫਾਈਨਲ ਹਿੱਟ ਮਾਰਦਾ ਉਹਦੇ ਨਾਲ ਤੇ ਗੋਲ ਮਿਲਦਾ। ਬਿਲਕੁਲ, ਉਹ ਨਹੀਂ ਮਿਲਦਾ। ਹਾਂ, ਫੱਟਾ ਖੜਕਾਉਣਾ ਜੀ। ਬਟ ਜਿਹੜਾ ਬੰਦਾ ਡ੍ਰਿਬਲ ਕਰਕੇ ਬਾਲ ਨੂੰ ਡੀ ਚ ਪਹੁੰਚਾਉਂਦਾ ਉਹਦੀ ਵੀ ਇੱਕ ਭੂਮਿਕਾ ਹੁੰਦੀ ਆ, ਵੱਡੀ ਭੂਮਿਕਾ। ਤੇ 77 ਚ ਅਸੀਂ ਜਮਾਤੀ ਬਣੇ ਆ, 88 ਚ ਅਸੀਂ ਪਬਲਿਕ ਛਨਕਾਟੇ ਲੈ ਕੇ ਆ ਗਏ। ਤੇ ਗੁਰਵਿੰਦਰ ਜੀ ਮੈਨੂੰ ਖੁਸ਼ੀ ਆ ਕਿ ਮੈਂ ਡ੍ਰਿਬਲਿੰਗ ਕਰਕੇ ਡੀ ਚ ਪਹੁੰਚਾਉਣ ਦਾ ਕੰਮ ਕਰਦਾ, ਕਿਉਂਕਿ ਮੈਂ ਭੱਲਾ ਜੀ ਨੂੰ ਕਿਹਾ ਵੀ ਭੱਲਾ ਜੀ ਫੱਟਾ ਤੁਸੀਂ ਖੜਕਾਉਣਾ, ਗੋਲ ਤੁਸੀਂ ਕਰਨਾ, ਫਲੈਗਸ਼ਿਪ ਤੁਹਾਡੀ ਆ। ਕਿਉਂਕਿ ਜੇ ਅਸੀਂ ਆਪਸ 'ਚ ਕੰਪੀਟੀਸ਼ਨ ਪੈ ਜਾਵਾਂਗੇ ਤਾਂ ਮੈਨੂੰ ਲੱਗਦਾ ਕਿ ਦੁਨੀਆ 'ਚ ਕੋਈ ਵੀ ਜਦੋਂ ਵਖਰੇਵੇਂ ਪੈਂਦੇ ਆ ਉਹਦੇ ਮੁੱਖ 2 ਕਾਰਨ ਹੁੰਦੇ ਆ, ਇੱਕ ਪੈਸਾ, ਦੂਈ ਚੌਧਰ। ਤੇ ਪ੍ਰਮਾਤਮਾ ਨੇ ਸਾਨੂੰ ਮਤਲਬ ਇਹ ਕਹਿ ਲਓ ਵੀ ਇਹ ਬਖਸ਼ਿਸ਼ ਦਿੱਤੀ ਆ ਕਿ ਮੈਂ ਭੱਲਾ ਜੀ ਨੂੰ ਇਹ ਮੰਨਦਾ ਵੀ ਮੇਰੇ ਸੀਨੀਅਰ ਦੀ, ਔਰ ਐਜ਼ ਏ ਇਨਸਾਨ ਤਾਂ ਗੱਲ ਹੈ ਗੁਰਵਿੰਦਰ ਜੀ, ਜਸਵਿੰਦਰ ਭੱਲਾ ਜੀ ਨੂੰ ਕਲਾਕਾਰ ਦੁਨੀਆ ਜਾਣਦੀ ਆ, ਬਟ ਐਜ਼ ਏ ਇਨਸਾਨ ਮੇਰੇ ਵੱਡੇ ਭਰਾ ਤੌਰ ਤੇ ਜਿੱਦਾਂ ਮੇਰੇ ਨਾਲ ਵਿਚਰਦੇ, ਮੇਰੇ ਪਰਿਵਾਰਕ ਤੌਰ ਤੇ ਸਾਡੀ 40-50 ਸਾਲ ਦੀ ਸਾਂਝ ਆ, ਔਰ ਜਿੰਨਾ ਅਸੀਂ ਪਰਿਵਾਰਕ ਤੌਰ ਤੇ ਮੇਰੀ ਵਾਈਫ, ਉਹਨਾਂ ਦੀ ਵਾਈਫ, ਮੇਰੇ ਬੱਚੇ, ਉਹਨਾਂ ਦੇ ਬੱਚੇ ਜਿਵੇਂ ਵਿਚਰਦੇ ਆ, ਤਾਂ ਮੈਨੂੰ ਲੱਗਦਾ ਕਿ ਪ੍ਰਮਾਤਮਾ ਹੀ ਕੋਈ ਇਦਾਂ ਦੇ ਸੰਬੰਧ ਬਣਾਉਂਦਾ ਵਾ। ਉਹ ਅਸੀਂ ਤਾਂ ਹੀ ਅਰਦਾਸ ਕਰਦੇ ਆ ਕਿ ਸੰਬੰਧ ਇਸ ਤਰ੍ਹਾਂ ਹੀ ਖੁਸ਼ਹਾਲ ਤੇ ਬਣੇ ਰਹਿਣ। ਤਾਂ ਹੀ ਤੁਸੀਂ ਫਿਰ ਫੱਟੇ ਚੱਕਦੇ ਰਹਿੰਦੇ ਹੋ। ਲਓ ਫਿਰ ਇੱਕ ਫੱਟੇ ਚੱਕ ਪਰਫਾਰਮੈਂਸ ਜਿਹੜੀ ਤੁਹਾਡੀ ਤੇ ਭੱਲਾ ਸਾਹਿਬ ਦੀ ਉਹ ਸਾਡੇ ਕੋਲ ਤਿਆਰ ਪਈ ਹੈ। ਆਓ ਆਪਾਂ ਦਰਸ਼ਕਾਂ ਦੇ ਰੂਬਰੂ ਕਰਦੇ ਹਾਂ ਤੇ ਪੁਰਾਣੀ ਯਾਦ ਸਾਂਝੀ ਕਰਦੇ ਹਾਂ। ਸ਼ੁਕਰੀਆ। ਆਓ ਦੇਖਦੇ ਹਾਂ। ਓਏ ਤੈਨੂੰ ਸੁਣਿਆ ਨਹੀਂ? ਓਏ ਆਵਾਜ਼ ਮਾਰੀ ਸੀ ਮੈਂ। ਜਨਾਬ ਆਵਾਜ਼ ਤੁਸੀਂ ਰਿਕਸ਼ੇ ਨੂੰ ਮਾਰੀ ਸੀ, ਮੈਂ ਤਾਂ ਰੁਕਦਾ ਜੇ ਮੇਰਾ ਨਾਂ ਲੈ ਕੇ ਆਵਾਜ਼ ਮਾਰੀ ਹੁੰਦੀ। ਨਾ ਮੈਨੂੰ ਸੁਪਨਾ ਆਉਂਦਾ। ਤੇਰਾ ਨਾਂ ਕੀ ਆ ਓਏ? ਹੱਦ ਹੋ ਗਈ ਜਨਾਬ, ਸਾਰੀ ਦੁਨੀਆ ਜਾਣਦੀ ਆ ਮੇਰਾ ਨਾਂ ਰਿਕਸ਼ੇਦਾਰ। ਰਿਕਸ਼ੇਦਾਰ? ਇਹ ਕਿੱਦਾਂ ਦਾ ਨਾਂ ਹੋਇਆ ਬਈ? ਤੁਹਾਡੇ ਥਲੇ ਥਾਣਾ, ਤੁਸੀਂ ਹੋਏ ਥਾਣੇਦਾਰ।
मेरे थले पूरा रिक्शा, मैं आपे हर रिक्शेदार। ਕਾਕਾ ਜਵਾਨ ਕੋ ਤੇਰੀ ਜ਼ਿਆਦਾ ਹੀ ਚੱਲਦੀ ਆ। जनाब ने कित्थे चलना? 5 ਮਿੰਟਾਂ ਦੇ ਅੰਦਰ ਅੰਦਰ ਰੇਲਵੇ ਸਟੇਸ਼ਨ ਲੈ ਚੱਲ ਜੇ ਚੰਗਾ ਚਾਹਣਾ। चढ़ो। ਤੁਰ। ਲੱਗਦਾ ਫਿਰ ਤੂੰ ਸਾਨੂੰ ਹਜੇ ਚੰਗੀ ਤਰ੍ਹਾਂ ਜਾਣਦਾ ਨਹੀਂ। ਓਏ ਅਸੀਂ ਤਾਂ ਇਹੋ ਜਿਹੇ ਥਾਣੇਦਾਰ ਆ ਕਿ ਜੇ ਕਿਧਰੇ ਥਾਣੇ ਕੇ ਸਾਨੂੰ ਕਿਸੇ ਦਾ ਫੋਨ ਆਉਂਦਾ ਨਾ, ਬਈ ਫਲਾਨੀ ਜਗ੍ਹਾ ਡਾਕਾ ਪੈ ਰਿਹਾ, ਚੋਰੀ ਹੋ ਰਹੀ ਆ, ਲੜਾਈ ਝਗੜਾ ਹੋ ਰਿਹਾ, ਵੀ ਜਲਦੀ ਜਲਦੀ ਪਹੁੰਚੋ। ਓਏ ਸਾਡੇ ਕੰਨਾਂ ਤੇ ਜੂੰ ਨਹੀਂ ਸਰਕਦੀ। ਉਹ ਅਸੀਂ ਆਰਾਮ ਨਾਲ ਪੂਰੇ 1.5 ਘੰਟੇ ਬਾਅਦ ਪਹੁੰਚੀਦਾ ਤੇ ਕਿਸੇ ਦੀ ਮਜਾਲ ਨਹੀਂ ਹੁੰਦੀ ਸਾਨੂੰ ਇਹ ਗੱਲ ਪੁੱਛ ਲੈ ਵੀ ਥਾਣੇਦਾਰ ਸਾਹਿਬ ਹੁਣ ਕੀ ਫਾਇਦਾ ਪਹੁੰਚਣ ਦਾ। जनाब हिसाब किताब कुछ अपना भी इदा का ही आ। जे कोई सवारी अपन रोब च कवे ना भी 5 मिनट के अंदर स्टेशन ते पहुंचा दो, आपां भी पूरा 1.5 घंटा ला के पहुंचाईदा। ते सवारी च इन्नी हिम्मत नहीं हुंदी भी सानू पुछ जवे जनाब गड्डी तां निकल गई, हुण की फायदा। ਲੱਗਦਾ ਫਿਰ ਤੂੰ ਮੈਨੂੰ ਹਜੇ ਚੰਗੀ ਤਰ੍ਹਾਂ ਫੇਰ ਨਹੀਂ ਪਛਾਣਿਆ। ਓਏ ਅਸੀਂ ਤਾਂ ਇਹੋ ਜਿਹੇ ਥਾਣੇਦਾਰ ਆ, ਜੇ ਆਪਣੀ ਜੀਪ ਜਾ ਕੇ ਪੈਟਰੋਲ ਪੰਪ ਦੇ ਮੂਹਰੇ ਲਾ ਦਈਏ ਨਾ, ਟੈਂਕੀ ਫੁੱਲ ਕਰਾਉਣ ਤੋਂ ਬਾਅਦ ਪੰਪ ਵਾਲੇ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ ਸਾਡੇ ਕੋਲੋਂ ਪੈਸੇ ਮੰਗ ਲਵੇ, ਤੇਲ ਪਵਾਈ ਦਾ ਆਉ ਜਾਈਦਾ ਆਉ ਜਾਈਦਾ। जनाब हिसाब किताब इधर भी इदा का ही आ। रिक्शा रिपेयर कराउंदे पैसे कदे आपां भी नहीं दित्ते। ਰਿਕਸ਼ਾ ਰੋਕ, ਰਿਕਸ਼ਾ ਰੋਕ, ਥੱਲੇ ਉਤਰ, ਥੱਲੇ ਉਤਰ। हाँ जी ਥੋੜਾ ਜਿਹਾ ਪਰੇ ਨੂੰ ਹੋ ਕੇ ਖੜ ਇੱਥੇ। जनाब मेरे लपड़ क्यों मारिया? मेरा कसूर की आ? ਕਸੂਰ ਪੁੱਛਦਾ? ਓਏ ਚਲਾਉਣੇ ਰਿਕਸ਼ੇ ਤੇ ਆ ਤਾਂ ਥਾਣੇਦਾਰਾਂ ਵਾਲੀਆਂ। ਸਾਡਾ ਸੁਭਾਗ ਹੈ ਕਿ ਬਾਲਮੁਕਮ ਸ਼ਰਮਾ ਜੀ ਆਪ ਤਸ਼ਰੀਫ ਫਰਮਾ ਨੇ ਸਾਡੇ ਸਟੂਡੀਓ ਦੇ ਵਿੱਚ ਔਰ ਤੁਹਾਡੇ ਰੂਬਰੂ ਨੇ ਸਾਡੇ ਨਾਲ ਗੱਲਾਂ ਬਾਤਾਂ ਕਰ ਰਹੇ ਨੇ। ਆਓ ਇੱਕ ਵਾਰੀ ਫਿਰ ਆਪਾਂ ਗੱਲਬਾਤ ਕਰਦੇ ਹਾਂ। ਸ਼ਰਮਾ ਜੀ, ਕਾਮੇਡੀ ਦਾ ਜਿਹੜਾ ਇਹ ਰੰਗ ਹੈ ਜਿਹਨੂੰ ਅਸੀਂ ਸੱਚੀ ਸੁੱਚੀ ਕਾਮੇਡੀ ਕਹਿੰਦੇ ਆ, ਦੋ ਅਰਥੀ ਕਾਮੇਡੀ ਨਹੀਂ ਕਹਿੰਦੇ, ਇਹ ਬੜੀ ਵੱਡੀ ਦਾਤ ਹੈ ਔਰ ਤੁਸੀਂ ਇੰਨੇ ਸਮੇਂ ਤੋਂ ਨਿਭਾਈ ਵੀ ਹੈ। ਪਰ ਇਹਦੇ ਨਾਲ ਨਾਲ ਤੁਸੀਂ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਬਤੌਰ ਮੈਨੇਜਿੰਗ ਡਾਇਰੈਕਟਰ, ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਦੇ ਤੌਰ ਤੇ ਵੀ ਐਡੀ ਵੱਡੀ ਪਦਵੀ ਤੱਕ ਤੁਸੀਂ ਗਏ ਹੋ। ਉਹ ਵੀ ਨਿਭਾਉਣਾ ਤੇ ਇਹ ਵੀ ਨਿਭਾਉਣਾ, ਉਹ ਵੀ ਖੰਡੇ ਦੀ ਧਾਰ ਹੈ ਤੇ ਘੱਟ ਇਹ ਵੀ ਨਹੀਂ। ਤੇ ਕਿਸ ਤਰੀਕੇ ਦੇ ਨਾਲ ਇਹਦਾ ਤਵਾਜ਼ੁਨ ਜਿਹੜਾ ਉਹ ਬੈਲੈਂਸ ਤੁਸੀਂ ਬਣਾ ਪਾਏ, ਇਹ ਗੁਰ ਵੀ ਮੇਰੇ ਖਿਆਲ 'ਚ ਬਹੁਤ ਸਾਰੇ ਨੌਜਵਾਨਾਂ ਦੇ ਲਈ ਜ਼ਰੂਰੀ ਹੋਏਗਾ ਜਾਣਨਾ। ਦੇਖੋ ਗੁਰਵਿੰਦਰ ਜੀ, ਮੈਂ ਇੱਥੇ ਆਪਣੇ ਮਾਫੀ ਚਾਹਾਂਗਾ, ਇਹ ਵੀ ਦੱਸਣਾ ਚਾਹਾਂਗਾ ਆਪਣੇ ਦਰਸ਼ਕਾਂ ਨੂੰ ਕਿ ਨਾ ਸਿਰਫ ਕਾਮੇਡੀ ਦੇ ਵਿੱਚ ਬਲਕਿ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਇਸ ਅਹੁਦੇ ਤੱਕ ਪਹੁੰਚਣ ਦੇ ਲਈ ਇਹ 골ਡ ਮੈਡਲਿਸਟ ਵੀ ਰਹਿ ਚੁੱਕੇ ਨੇ, ਜੋ ਕਿ ਆਮ ਤੌਰ ਤੇ ਦੇਖਿਆ ਨਹੀਂ ਜਾਂਦਾ ਕਲਾਕਾਰੀ ਦੇ ਖੇਤਰ ਦੇ ਵਿੱਚ। ਜ਼ਰੂਰ ਇਹਦੇ ਬਾਰੇ ਵੀ ਜ਼ਰੂਰ ਗੱਲ ਕਰੋ ਥੋੜੀ ਜੀ। ਗੁਰਵਿੰਦਰ ਜੀ, ਤੁਸੀਂ ਸਵਾਲ ਕੀਤਾ ਕਿ ਐਜ਼ ਐਨ ਆਫਿਸਰ ਜਦੋਂ ਮੈਂ ਡੀਐਮ ਜਲੰਧਰ ਰਿਹਾ 8-10 ਸਾਲ, ਫਿਰ ਡੀਐਮ ਲੁਧਿਆਣਾ ਰਿਹਾ ਤੇ ਫਿਰ ਹੈੱਡਕੁਆਟਰ ਕੰਮ ਕੀਤਾ, ਤੇ ਤੁਸੀਂ ਪੁੱਛਿਆ ਵੀ ਇਹ ਦੋਨਾਂ ਫੀਲਡ ਨੂੰ ਬੈਲੈਂਸ ਕਿਵੇਂ ਕੀਤਾ। ਇਸ ਗੱਲ ਦਾ ਜਦੋਂ ਵੀ ਮੈਂ ਜਵਾਬ ਸ਼ੇਅਰ ਕਰਦਾ ਜੀ, ਮੈਨੂੰ ਇੱਕ ਘਟਨਾ ਯਾਦ ਆ ਜਾਂਦੀ ਆ। ਮੇਰੇ ਖਿਆਲ ਇਹ 96-97 ਦੀ ਗੱਲ ਹੋਣੀ। ਮੈਂ ਜਲੰਧਰ ਹੀ ਪੋਸਟਡ ਸੀ, ਡਿਸਟ੍ਰਿਕਟ ਮੈਨੇਜਰ ਮਾਰਕਫੈਡ ਜਲੰਧਰ। ਤੇ ਫਲੋਰ ਦੇ ਵਿੱਚ ਇੱਕ ਫਲੋਰ ਤੋਂ ਜਦੋਂ ਆਪਾਂ ਨਵੇਂ-ਸ਼ਹਿਰ ਜਾਂਦੇ ਆ ਤਾਂ ਇੱਕ ਬੜਾ ਮਸ਼ਹੂਰ ਪਿੰਡ ਆ ਲਸਾੜਾ। ਆਪਣੇ ਕਹਿੰਦੇ ਆ ਵੀ ਉਹ ਸਾਡੇ ਕਪੂਰ ਖਾਨਦਾਨ ਜਿਹੜੇ ਬੰਬੇ ਵਾਲੇ ਆ, ਰਾਜ ਕਪੂਰ ਸਾਹਿਬ, ਉਹਨਾਂ ਦਾ ਪਿੰਡ ਆ ਜਾਂ ਸਾਡੇ ਬਹੁਤ ਨਾਮੀ ਪੰਜਾਬ ਦੇ ਪੱਤਰਕਾਰ ਨੇ ਸਤਨਾਮ ਮਾਨਕ ਜੀ, ਉਹਨਾਂ ਦਾ ਪਿੰਡ ਆ। ਉਸ ਪਿੰਡ ਵਿੱਚ ਸਹਿਕਾਰੀ ਸਭਾ ਦਾ ਇੱਕ ਸਮਾਗਮ ਸੀਗਾ, ਕੋਪਰੇਟਿਵ ਸੁਸਾਇਟੀ ਦਾ, ਤੇ ਉੱਥੇ ਮੈਨੂੰ ਬਤੌਰ ਮੁੱਖ ਮਹਿਮਾਨ ਉਹਨਾਂ ਨੇ, ਡਿਸਟ੍ਰਿਕਟ ਮੈਨੇਜਰ ਸੀ ਮੈਂ, ਡੀਐਮ ਤੇ ਬੁਲਾਇਆ ਸੁਸਾਇਟੀ ਵਾਲਿਆਂ ਨੇ। ਤੇ ਮੈਨੂੰ ਯਾਦ ਆ ਲੰਚ ਵੇਲੇ ਉਸ ਪਿੰਡ ਦੀਆਂ ਕੁਝ ਗ੍ਰੈਜੂਏਸ਼ਨ ਕੁੜੀਆਂ ਕਰਦੀਆਂ ਉਹ ਮੁੱਕੋ ਆ ਗਈਆਂ। ਉਹਨਾਂ ਨੇ ਇਹੀ ਸਵਾਲ ਕੀਤਾ ਜੋ ਤੁਸੀਂ ਕੀਤਾ ਵੀ ਸਰ ਤੁਹਾਨੂੰ ਅਸੀਂ ਉੱਥੇ ਭੱਲਾ ਸਾਹਿਬ ਨਾਲ ਛਨਕਾਟਾ ਕਮੇਡੀ 'ਚ ਦੇਖਦੇ ਹਾਂ, ਟੀਵੀ ਤੇ ਦੇਖਦੇ ਹਾਂ, ਦੂਰਦਰਸ਼ਨ ਤੇ ਸਕਿੱਟਾਂ ਆਉਂਦੀਆਂ, ਆਹ ਹੁਣ ਸਕਿੱਟ ਤੁਸੀਂ ਵੇਖ ਕੇ ਹਟੇ ਆ, ਤਾਂ ਤੁਸੀਂ ਇੱਥੇ ਐਜ਼ ਡੀਐਮ ਆਏ ਆ ਤੇ ਤੁਸੀਂ ਕਿੱਦਾਂ ਸਰ ਇਹ ਮਤਲਬ ਇੱਕ ਨੈਚੁਰਲ ਸਵਾਲ, ਆਰਗੈਨਿਕ ਕੁਐਸਚਨ ਆਇਆ। ਤੇ ਮੈਂ ਉਹਨਾਂ ਬੱਚਿਆਂ ਨੂੰ ਕਿਹਾ, ਮੈਂ ਕਿਹਾ ਬੱਚਿਓ ਗੱਲ ਇਹ ਆ, ਕੋਈ ਵੀ ਇਨਸਾਨ ਜਿਹੜਾ ਉਹ ਇੱਕ ਮੌਕੇ ਕਿੰਨੇ ਰੋਲ ਨਿਭਾਉਂਦਾ। ਜੇ ਆਪਣੀ ਉਹ ਮਾਂ ਕੋ ਜਾਂਦਾ ਤਾਂ ਪੁੱਤ ਬਣ ਜਾਂਦਾ, ਜੇ ਆਪਣੀ ਭੈਣ ਕੋ ਜਾਂਦਾ ਉਹ ਭਰਾ ਬਣ ਜਾਂਦਾ, ਆਪਣੀ ਪਤਨੀ ਕੋ ਜਾਂਦਾ ਤਾਂ ਪਤੀ ਬਣ ਜਾਂਦਾ, ਸੋ ਔਨ। ਤੇ ਇਸੇ ਤਰ੍ਹਾਂ ਹੀ ਮੈਂ ਜਦੋਂ ਇੱਕ ਆਫਿਸਰ ਤੌਰ ਤੇ ਸਟੇਜ ਤੇ ਬੈਠਾ ਵਾਂ ਐਜ਼ ਡੀਐਮ, ਤੇ ਮੈਂ ਆਫਿਸਰ ਹੈਗਾ, ਜਦੋਂ ਮੈਂ ਕੈਮਰਾ ਫੇਸ ਕਰਦਾ ਵਾਂ ਤਾਂ ਮੈਂ ਇੱਕ ਆਰਟਿਸਟ ਹੈਗਾ, ਸਿਰਫ ਕੈਸਟ ਚੇਂਜ ਕਰਨ ਦੀ ਲੋੜ ਆ। ਸੋ ਮੈਨੂੰ ਲੱਗਦਾ ਕਿ ਤੁਸੀਂ ਨੌਜਵਾਨਾਂ ਵਾਸਤੇ ਕਿਹਾ, ਮੈਂ ਬੱਚਿਆਂ ਨੂੰ ਸੰਦੇਸ਼ ਦਊਂਗਾ ਕਿ ਜ਼ਿੰਦਗੀ ਜੋ ਵੀ ਕਰੋ ਪੂਰੀ ਸੰਜੀਦਗੀ ਨਾਲ, ਪੂਰਾ ਖੁੱਭ ਕੇ ਆਪਣਾ ਰੋਲ ਨਿਭਾਓ। ਯਾਨੀ ਜੇ ਮੈਂ ਕਹਾਂ ਵੀ ਮੈਂ ਰਿਕਸ਼ਾ ਚਲਾ ਰਿਹਾ ਤੇ ਮੈਂ ਤਾਂ ਡੀਐਮ ਆ ਜੀ, ਮੈਨੂੰ ਲੱਗਦਾ ਕਿ ਕਲਾਕਾਰ ਜਿਹੜਾ ਉਹ ਕਲਾਕਾਰ ਦੀ ਜੇ ਰੋਲ ਹੈਗਾ ਉਹਦੇ ਵਿੱਚ ਪੂਰਾ ਖੁੱਭ ਜਾਓ। ਉਹ ਤੁਸੀਂ ਜਿਹੜਾ ਵੀ ਰੋਲ ਨਿਭਾ ਰਹੇ
ਉਹਦੇ ਵਿੱਚ ਆਪਦਾ ਅਹੁਦਾ ਵਿੱਚ ਨਾ ਲੈ ਕੇ ਆਓ, ਪਰਫਾਰਮੈਂਸ ਨਾ ਚੀਜ਼ ਲੈ ਕੇ ਆਓ। ਤੇ ਜਦੋਂ ਤੁਸੀਂ ਆਪਦੀ ਸਮਾਜਿਕ ਭੂਮਿਕਾ ਨਿਭਾਉਣੇ, ਜੇ ਇੱਕ ਬੰਦਾ ਇੱਕ ਹਸਬੈਂਡ ਬਣ ਕੇ, ਇੱਕ ਪੁੱਤਰ ਬਣ ਕੇ, ਇੱਕ ਭਰਾ ਬਣ ਕੇ, ਬਾਪ ਬਣ ਕੇ ਵਿਚਰਦਾ, ਤੇ ਸਾਨੂੰ ਵੀ ਕੀ ਪ੍ਰੋਬਲਮ ਆ? ਜ਼ਾਹਿਰ ਤੌਰ 'ਤੇ ਹੁਣ ਮੇਰਾ ਇੱਕ ਸਵਾਲ ਥੋੜ੍ਹਾ ਜਿਹਾ ਹਟ ਕੇ ਇਹ ਹੈ ਕਿ ਜੇ ਇੱਕ ਇਨਸਾਨ ਨੂੰ ਜੋ ਉਹ ਹੈ ਉਹਦੇ ਹਾਲਾਤ ਘੜਦੇ ਨੇ, ਔਰ ਤੁਹਾਡੇ ਹਾਲਾਤਾਂ ਦੇ ਵਿੱਚ ਤੁਸੀਂ ਬੜੀ ਡੂੰਘੀ ਸਟੱਡੀ ਕੀਤੀ ਹੈ, ਪੜ੍ਹਾਈ ਕੀਤੀ ਹੈ, BSc, ਉਸ ਤੋਂ ਬਾਅਦ MBA ਵੀ ਕੀਤੀ ਹੈ, ਕਦੇ ਲੋਕਾਂ ਨੂੰ ਇਹ ਨਹੀਂ ਲੱਗਾ ਕਿ ਤੁਸੀਂ 골ਡ ਮੈਡਲਿਸਟ ਜਦੋਂ ਆਉਂਦੇ ਹੋ ਤੇ ਭਾਈ ਸ਼ਾਇਦ ਕੋਈ ਗਲਤੀ ਨਾ ਲੱਗ ਗਈ ਹੋਵੇ? ਓਨੈਸਟਲੀ ਸਪੀਕਿੰਗ, ਜਦੋਂ ਗੁਰਿੰਦਰ ਜੀ ਮੈਗਜ਼ੀਨ ਦੇ ਵਿੱਚ ਫੋਟੋ ਛਪੀ ਕਿ ਅਗਰੋਨਮੀ ਡਿਪਾਰਟਮੈਂਟ ਦੇ ਟੌਪਰ ਬਾਲਮਕਾਂਤ ਸ਼ਰਮਾ ਔਰ SS ਲਾਭ ਸਿੰਘ 골ਡ ਮੈਡਲ, ਮੇਰੇ ਪੇਰੈਂਟਸ ਲੈਣ ਮੇਰੇ ਗਏ ਕਨਵੋਕੇਸ਼ਨ ਤੇ, ਤਾਂ ਬਹੁਤ ਲੋਕਾਂ ਨੇ ਪੰਜਾਬੀ 'ਚ ਕੋ ਮੂੰਹ ਚੁੰਗਲਾਂ ਪਾਈਆਂ ਵੀ ਬਾਲਮਕਾਂਤ ਬਾਲਾ ਇਹ 골ਡ ਮੈਡਲਿਸਟ, ਕਿਉਂਕਿ ਮਾਫ ਕਰਨਾ ਜਿਹੜੇ ਕਲਾਕਾਰਾਂ ਦਾ ਜਿਹੜਾ ਇਮੇਜ ਹੈ ਨਾ ਪੜ੍ਹਨ ਨੂੰ, ਉਹ ਠੀਕ ਠਾਕ ਜਿਹਾ ਹੁੰਦਾ। ਮੈਂ ਇਸੇ ਕਰਕੇ ਸਵਾਲ ਕੀਤਾ। ਉਹ ਜਦੋਂ ਫਿਰ ਕਿਉਂਕਿ ਅਸੀਂ PAU ਪੜ੍ਹਦੇ ਸੀ ਤੇ ਮੈਂ ਤੇ ਭੱਲਾ ਸਾਹਿਬ ਦੋਨੋਂ ਜਣੇ ਨਾ ਜੀ, ਅਸੀਂ ਮਤਲਬ ਆਪਣਾ ਜਿਵੇਂ ਪਹਿਲਾਂ ਮੈਂ ਕਹਿ ਕੇ ਹਟਿਆ ਕਿ ਜਿਹੜਾ ਕੰਮ ਕਰੋ ਸਿਰ ਦੇ ਉਹ ਕਰੋ, ਤੇ ਅਸੀਂ ਮਤਲਬ ਰਾਤ ਨੂੰ ਮੈਂ ਤੇ ਭੱਲਾ ਸਾਹਿਬ ਨੇ ਨਾ ਟਿਊਬਲਾਈਟ ਵਿੱਚ ਰੋਡ ਸਾਈਡ ਤੇ ਨਿਕਲ ਜਾ ਕਰਨਾ 1-1:30 ਵਜੇ, ਤੇ ਟਿਊਬਲਾਈਟ 'ਚ ਬਹਿ ਕੇ ਨਾ ਅਸੀਂ ਦਿਨੇ ਤੱਕ ਖੱਪ ਖਾਨਾ ਕਰੀ ਜਾਣਾ, 1 ਵਜੇ ਤੋਂ ਲੈ ਕੇ 4 ਵਜੇ ਤੱਕ ਫਿਰ ਨਾ ਪੜ੍ਹਨਾ ਅਸੀਂ ਬਾਹਰ ਰੋਡ ਸਾਈਡ ਤੇ ਜਾ ਕੇ ਤਾਂ ਕਿ ਨੀਂਦ ਨਾ ਆਵੇ, ਤੇ ਫਿਰ ਆ ਕੇ ਸੌ ਜਾਣਾ। ਯਾਨੀ ਕਿ ਅਸੀਂ 3-4-5 ਘੰਟੇ ਜਿਹੜਾ ਪੇਪਰ ਤੋਂ ਪਹਿਲਾਂ ਸਾਡਾ ਸਿਸਟਮ ਹੈਗਾ ਇੰਟਰਨਲ PAU ਟ੍ਰਾਈਮੈਸਟਰ ਸਿਸਟਮ ਸੀਗਾ, ਉਹਦੇ ਨਾਲ ਥੋੜਾ ਕੋਰਸ ਹੁੰਦਾ ਸੀਗਾ, ਫਸਟ ਆਵਰਲੀ ਐਗਜ਼ਾਮ, ਸੈਕੰਡ ਆਵਰਲੀ ਮਿਡ ਟਰਮ ਐਗਜ਼ਾਮ ਹੋਣੇ, ਤਾਂ ਉਹਦੇ 'ਚ 3-4-5 ਚੈਪਟਰ ਹੁੰਦੇ ਸੀਗੇ, ਉਹ ਪੂਰਾ ਮੈਂ ਧਿਆਨ ਨਾਲ ਪੜ੍ਹ ਕੇ, ਇੱਕ ਮੇਰੇ 'ਚ ਇਹ ਕਹਿ ਲਓ ਕਿ ਗੁਰਿੰਦਰ ਜੀ ਮੈਂ ਨਾ ਜਦੋਂ ਕਲਾਸ ਲਾਉਂਦਾ ਸੀਗਾ, ਮੈਂ ਕਲਾਸ ਬਹੁਤ ਅਟੈਂਟਿਵ ਹੋ ਕੇ ਲਾਉਂਦਾ ਸੀ, ਯਾਨੀ ਬਾਕੀ ਸਭ ਆਫ, ਤੇ ਟੀਚਰ ਨੂੰ ਸੁਣਨਾ ਬੜੇ ਧਿਆਨ ਦੇ ਨਾਲ, ਫਿਰ ਮੈਂ ਜੇ ਕੁਐਸਚਨ ਵੀ ਟੀਚਰ ਨੂੰ ਬਹੁਤ ਕਰਨੇ ਵੀ ਆਹ ਕਿੱਦਾਂ, ਯਾਨੀ ਅਬਜ਼ਰਵ ਕਰਕੇ ਪੜ੍ਹਨਾ। ਇਸ ਕਰਕੇ ਮੈਂ ਸਮਝਦਾ ਬਲੈਸਡ ਸੀਗਾ ਕਿ BSc ਮੈਂ ਆਪਦੇ ਡਿਪਾਰਟਮੈਂਟ ਨੂੰ ਟੌਪ ਕਰ ਗਿਆ ਤੇ 골ਡ ਮੈਡਲ ਮਿਲ ਗਿਆ। ਔਰ ਉਸ ਤੋਂ ਬਾਅਦ ਵੀ ਤੁਸੀਂ ਰੁਕੇ ਨਹੀਂ, ਤੁਸੀਂ ਬਾਕਾਇਦਾ ਬਲੱਡ ਬੈਂਕਸ ਵੀ ਲਗਾਏ, ਬੱਚਿਆਂ ਦੀ ਪੜ੍ਹਾਈ ਦੇ ਵਿੱਚ ਵੀ ਮਦਦ ਕੀਤੀ, ਯਾਨੀ ਸਮਾਜ ਨੂੰ ਜਦੋਂ ਇੱਕ ਹੁੰਦਾ ਨਾ ਵੀ ਇੰਨਾ ਪਿਆਰ ਮਿਲ ਰਿਹਾ ਤਾਂ ਵਾਪਸ ਕੁਝ ਦੇਣਾ, ਵਾਪਸ ਦੇਣ ਦੀ ਜਿਹੜੀ ਤਾਕਤ ਹੈ ਨਾ ਉਹ ਹਰ ਕਿਸੇ 'ਚ ਨਹੀਂ ਹੁੰਦੀ। ਇਹ ਜਿਹੜੀ ਪੋਸ਼ੀਦਾ ਤਾਕਤ ਹੈ ਨਾ, ਇਹ ਵੀ ਲੋਕਾਂ ਦੇ ਰੂਬਰੂ ਆਉਣੀ ਚਾਹੀਦੀ। ਮੈਂ ਤਾਂ ਇਹ ਤਾਂ ਗੁਰਵਿੰਦਰ ਜੀ ਮੈਂ ਸਮਝਦਾ ਵੀ ਇਹਦੇ ਵਿੱਚ ਸਾਡਾ ਵਿਰਸਾ ਤੇ ਸਾਡੀ ਵਿਰਾਸਤ ਉਹਦਾ ਬਹੁਤ ਵੱਡਾ ਰੋਲ ਹੁੰਦਾ। ਮੇਰੇ ਲੋਹੀਆਂ ਪਿੰਡ 'ਚ ਮੇਰੇ ਦਾਦਾ ਜੀ, ਮੇਰੇ ਗ੍ਰੈਂਡਫਾਦਰ, ਉਹਨਾਂ ਨੂੰ ਮਤਲਬ ਇਹ ਕਹਿ ਲਓ ਕਿ ਹੀ ਵਾਜ਼ ਬਲੈਸਡ ਕਿ ਉਹਨਾਂ ਨੂੰ ਨਾ ਇੱਕ ਹਲਕੇ ਕੁੱਤੇ ਤੇ ਸੱਪ ਕੱਟੇ ਦਾ ਇਲਾਜ ਕੋਈ ਝਾੜਾ ਫਾਂਡਾ ਕਰਕੇ ਨਹੀਂ, ਉਹਨਾਂ ਨੇ ਬਕਾਇਦਾ ਅੱਕਾਂ ਦੁੱਧ ਕੱਢ ਕੇ ਰਤਕਾਂ ਲੈ ਕੇ ਦਵਾਈ ਬਣਾਉਣੀ ਉਹਦੀ, ਉਹ ਕਈ ਮਹੀਨੇ ਦਵਾਈ ਬਣਾ ਕੇ ਫਿਰ ਰਤਕਾਂ ਉਹਨਾਂ ਨੇ ਜ਼ਹਿਰੀਲੇ ਸੱਪ ਦਾ, ਸਾਡਾ ਹੁਣ ਲੋਹੀਆਂ ਪਿੰਡ ਆ ਉੱਥੇ ਆਲੇ ਦੁਆਲੇ ਦਰਿਆ ਪੈਂਦਾ ਸਤਲੁਜ, ਤੇ ਸੱਪ ਬੜੇ ਆ ਜਾਂਦੇ ਸੀਗੇ, ਮੈਂ ਗੱਲ ਵੀ 30-40-50 ਸਾਲ ਪੁਰਾਣੀ ਕਰਦਾ, ਤੇ ਉਦੋਂ ਉਹਨਾਂ ਨੇ ਜਦੋਂ ਇਹ ਸੇਵਾ ਸ਼ੁਰੂ ਕੀਤੀ, ਉਹ ਮਤਲਬ ਜਿੰਨੇ ਵੀ ਸਾਡੇ ਸੀਰੀਅਸ ਕੇਸ ਵੀ ਆਉਣੇ, ਉਹਨਾਂ ਨੇ ਪਹਿਲਾਂ ਦੇਸੀ ਘਿਓ ਦੁਕਾਨ ਤੋਂ ਆਪਣੀ ਤੋਂ ਗਰਮ ਕਰਕੇ ਪਿਲਾਉਣਾ, ਉਹਨੂੰ ਪਤਾਸ਼ੀ ਦਵਾਈ ਪਾ ਖਵਾਉਣੀ, ਤਾਂ ਸਾਨੂੰ ਦਾਦਾ ਜੀ ਦੇ ਉਸ ਵਿਵਹਾਰ ਤੋਂ ਲੱਗਾ ਕਿ ਲੋਕਾਂ ਨੇ ਜਦੋਂ ਪੈਸੇ ਦੇਣ ਦੀ ਕੋਸ਼ਿਸ਼ ਕਰਨੀ, ਉਹਨਾਂ ਨੇ ਕਿਹਾ ਨਾ ਜੀ, ਜੇ ਮੈਂ ਪੈਸਾ ਲੈ ਲਿਆ ਤਾਂ ਮੇਰਾ ਇਲਾਜ ਜਿਹੜਾ ਉਹ ਕਾਮਯਾਬ ਨਹੀਂ ਹੋਊਗਾ। ਮੇਰੇ ਡਾਕਟਰ ਨੇ, ਡਾਕਟਰ ਸਾਹਿਬ ਨੇ ਕਿਹਾ ਦਾਦਾ ਜੀ ਨੂੰ ਜਦੋਂ ਅਖੀਰਲੇ ਦਿਨਾਂ 'ਚ ਕਿ ਮੈਨੂੰ ਫਾਰਮੂਲਾ ਦੇ ਦਿਓ, ਉਹ ਕਹਿੰਦੇ ਬੇਟਾ ਮੈਨੂੰ ਪ੍ਰੋਮਿਸ ਕਰ ਕਿ ਤੂੰ ਇਹਦੇ ਪੈਸੇ ਨਹੀਂ ਲਊਂਗਾ, ਤੇ ਡਾਕਟਰ ਸਾਹਿਬ ਨੂੰ ਮੇਰੇ ਬ੍ਰਦਰ ਨੂੰ ਫਾਰਮੂਲਾ ਦੇ ਗਏ, ਤਾਂ ਮੈਨੂੰ ਲੱਗਦਾ ਪ੍ਰਵਿਰਤੀ ਮੈਨੂੰ ਘਰ ਤੋਂ ਮਿਲ ਗਈ ਕਿ ਲੋਕ ਸੇਵਾ ਕਰਨੀ ਚਾਹੀਦੀ ਹੈ। ਇਸ ਕਰਕੇ ਮੈਂ ਆਪਣੇ ਅਦਾਰੇ ਵਿੱਚ ਬਲੱਡ ਬੈਂਕ ਖੜਾ ਕੀਤਾ। ਉਹ ਬਲੱਡ ਬੈਂਕ ਵਿੱਚ ਅਸੀਂ 16 ਕੈਂਪ ਲਾਏ PGI ਨਾਲ 32 ਸੈਕਟਰ ਨਾਲ ਮਿਲ ਕੇ ਮਾਰਕਫੈਡ 'ਚ ਅਸੀਂ ਚੰਡੀਗੜ੍ਹ 'ਚ। ਉਸ ਤੋਂ ਬਾਅਦ ਮੈਂ ਇੱਕ ਮੁਲਾਜ਼ਮਾਂ ਦੀ ਸੰਸਥਾ ਬਣਾਈ ਜਿਹੜੀ ਸਾਡੀ ਸੀਗੀ ਐਮਪਲਾਈ ਵੈਲਫੇਅਰ ਸੁਸਾਇਟੀ, ਉਹਦੇ ਵਿੱਚ ਅਸੀਂ 20 ਰੁਪਏ ਪਰ ਮੰਥ ਐਮਪਲਾਈਜ਼ ਤੋਂ ਇਕੱਠੇ ਕਰਨੇ, ਉਹ ਲੱਖਾਂ ਰੁਪਏ ਇਕੱਠੇ ਹੋ ਜਾਂਦੇ ਸੀਗੇ, ਤਾਂ ਅਸੀਂ ਜਿਹੜੇ ਐਮਪਲਾਈ ਸਾਡੇ ਕੋਈ ਭੈਣ ਸਾਡੀ ਐਮਪਲਾਈ ਵਿਧਵਾ ਹੋ ਗਈ ਆ ਜਾਂ ਗਰੀਬ ਆ, ਉਹ ਬੱਚੇ ਨੂੰ ਪੜ੍ਹਾਉਣਾ ਚਾਹੁੰਦੇ ਆ, ਉਹ ਬੱਚੇ ਨੂੰ ਪੜ੍ਹਾਈ 'ਚ ਪੈਸੇ ਦੀ ਕਮੀ, ਅਸੀਂ ਉਹ 'ਚ ਮਦਦ ਕਰਦੇ ਸੀਗੇ। ਫਿਰ ਅਸੀਂ ਜਿਹੜਾ ਬੱਚਾ ਬਹੁਤ IAS PCS ਹੋ ਗਿਆ, ਉਹਨੂੰ ਸਾਲ 'ਚ ਇੱਕ ਸਮਾਗਮ ਕਰਕੇ ਉਹਦਾ ਬੱਚੇ ਦਾ ਸਨਮਾਨ ਕਰਨਾ। ਇਹ ਮੇਰੀ ਸੋਚ ਸੀ ਕਿ ਸਮਾਜਿਕ ਕੰਮ ਜਿਹੜੇ ਆ ਇਹ ਤੁਹਾਨੂੰ ਤਸੱਲੀ ਦਿੰਦੇ ਆ। ਔਰ ਉਹਦਾ ਸਿਖਰ ਨੂੰ ਸੁਣੋ ਕਿ ਮੈਂ ਪਿਛਲੇ ਮਹੀਨੇ ਮੈਨੂੰ ਗੁਰਮੇਲ ਜੀ ਦਾ ਫੋਨ ਗਿਆ ਕਿ ਸ਼ਰਮਾ ਜੀ 1 ਜਨਵਰੀ ਨੂੰ ਸ਼ਨੀਵਾਰ ਆ, ਤੁਸੀਂ ਸਾਡੇ ਪ੍ਰੋਗਰਾਮ ਤੇ ਆਓ ਗੱਲਾਂ ਤੇ ਗੀਤ, ਤੇ ਮੈਂ ਕਿਹਾ ਮੈਂ ਤਾਂ ਅਮਰੀਕਾ ਬੈਠਾ ਜੀ, ਮੇਰਾ ਫੋਨ ਚੱਲਦਾ ਸੀ ਉੱਥੇ, ਮੈਂ ਕਿਹਾ ਮੇਰੇ ਬੱਚੇ ਅਮਰੀਕਾ MBA ਕਰਨ ਆਏ, ਬੇਟੀ ਬੇਟਾ ਮੈਂ ਉਹਨਾਂ ਨੂੰ ਮਿਲਣ ਆਇਆ ਹੋਇਆ। ਤੇ ਉਦੋਂ ਫਿਰ ਮੇਰੇ ਲਾਸਟ ਲੈਗ ਆਫ ਟੂਰ ਸੀ ਸਿਆਟਲ, 1 ਜਨਵਰੀ ਤੋਂ 7 ਜਨਵਰੀ। ਉੱਥੇ ਮੈਂ ਕੁਝ ਮਿੱਤਰਾਂ ਨੂੰ ਮਿਲਿਆ, ਬਲਵੰਤ ਔਲਖ ਸੀਗੇ, ਉਹਨਾਂ ਨੇ ਇੱਕ ਸੰਸਥਾ ਬਣਾਈ ਆ SOCH ਸੋਚ। ਉਹ ਸੋਚ ਸੰਸਥਾ ਕੀ ਆ? ਸਰਵਿਸ ਆਫ ਕੋਰ ਹਿਊਮੈਨਿਟੀ। ਉਹ ਜਿਹੜੀ ਸੰਸਥਾ ਵਾ ਉਹ 40-50 ਦੋਸਤ ਮੇਰੇ ਹੈਗੇ ਆ ਜਿਹੜੇ ਹਰ ਮਹੀਨੇ
ਲੱਖਾਂ ਡਾਲਰ ਇਕੱਠੇ ਕਰਕੇ ਦੁਨੀਆ ਵਿੱਚ ਜਿੱਥੇ ਕਿਤੇ ਲੋੜ ਪੈਂਦੀ ਆ, ਸੀਰੀਆ ਵਿੱਚ, ਨਾਈਜੀਰੀਆ ਵਿੱਚ, ਪੰਜਾਬ, ਇੰਡੀਆ, ਉੱਥੇ ਕੋਈ ਹੜ੍ਹ ਆ ਜਾਵੇ, ਕੋਈ ਵਿਪਤਾ ਆ ਜਾਵੇ, ਇੱਥੋਂ ਤੱਕ ਕਿ ਕੈਂਸਰ ਦੇ ਜਿਹੜੇ ਹੁਣ ਆਪਣੇ ਫੀਮੇਲ 'ਚ ਆਪਣੇ 'ਚ ਬਹੁਤ ਵੱਡਾ ਰੋਗ ਆ ਬ੍ਰੈਸਟ ਕੈਂਸਰ ਦਾ, ਉਹ ਉੱਥੇ ਕੈਂਪ ਲਾਉਂਦੇ ਆ। ਪਿੱਛੇ 412 ਉਹਨੇ ਟੈਸਟ ਕੀਤੇ, ਉਹ 'ਚ 27 ਔਰਤਾਂ ਪੋਜ਼ਿਟਿਵ ਪਾਈਆਂ ਗਈਆਂ। ਫਿਰ ਮੈਮੋਗ੍ਰਾਫੀ 'ਚ ਫਿਰ ਉਹਨਾਂ ਨੇ ਪੱਲਿਓਂ ਇਲਾਜ ਕਰਾਏ। ਜਿਹੜੇ ਬੱਚੇ ਇਮੀਗ੍ਰੈਂਟ ਹੋ ਕੇ ਜਾਂਦੇ ਕੈਨੇਡਾ, ਅਮਰੀਕਾ, ਕੋਈ ਬੱਚਿਆਂ ਨੂੰ ਜੇਲ੍ਹਾਂ ਹੋ ਜਾਂਦੀਆਂ ਜਿਹੜੇ ਇਲੀਗਲ ਲੰਘਣ ਦੀ ਕੋਸ਼ਿਸ਼ ਕਰਦੇ ਆ, ਜੇਲ੍ਹਾਂ 'ਚ ਨੂੰ ਮਦਦ ਕਰਨੀ। ਸੋ ਉਹ ਹੁਣ ਉਹਨਾਂ ਨੇ ਮੈਨੂੰ ਇੰਡੀਆ ਦਾ ਬ੍ਰਾਂਡ ਐਂਬੈਸਡਰ ਬਣਾਇਆ। ਮੈਂ ਸੇਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਲੋਕਾਂ ਦੀ ਸੋਚ ਜਿਹੜੀ ਬਦਲੀਏ, ਕਿ ਅਸੀਂ ਬਾਬਾ ਸੀਚੇਵਾਲ ਜੀ ਨੇ ਮਿਲ ਕੇ, ਕਾਨ ਸਿੰਘ ਪੰਨੂ ਨਾਲ ਮਿਲ ਕੇ ਸਮਾਜ ਸੇਵਾ ਕਰੀਏ। ਬਹੁਤ ਸਾਰੇ ਪਹਿਲੂ ਨੇ ਇਹਨਾਂ ਦੀ ਸ਼ਖਸੀਅਤ ਦੇ, ਕਿਹੜੇ ਅਸੀਂ ਉਭਾਰਾਂਗੇ ਇਸ ਥੋੜੇ ਜਿਹੇ ਸਮੇਂ ਦੇ ਵਿੱਚ। ਫਿਰ ਵੀ ਦਿਲ 'ਚ ਕੋਈ ਖਲਿਸ਼ ਰਹਿ ਗਈ ਹੋਵੇ, ਕੋਈ ਅਜੇ ਤਮੰਨਾ ਬਾਕੀ ਰਹਿ ਗਈ ਹੋਵੇ ਕਿ ਕਾਸ਼ ਅਗਰ ਮੈਨੂੰ ਜੇ ਦੁਬਾਰਾ ਜਨਮ ਮਿਲੇ ਤਾਂ ਮੈਂ ਇਹ ਕੰਮ ਜ਼ਰੂਰ ਕਰਨਾ ਹੈ। ਮੇਰਾ ਜੀ ਪੰਜਾਬ ਨਾਲ ਪਿਆਰ ਆ। 2 ਮੇਰੇ ਟੀਚੇ ਹੈਗੇ ਆ ਮੈਂ ਰਿਟਾਇਰਮੈਂਟ ਤੋਂ ਬਾਅਦ। ਇੱਕ ਤਾਂ ਮੇਰਾ ਹੈਗਾ ਕਿ ਮੈਂ ਆਪਣੀ ਜਿਹੜੀ ਜੌਬ 'ਚ ਰਿਟਾਇਰ ਹੋਇਆ, ਉਹਦੇ ਵਿੱਚ ਮੈਂ ਕਿਸਾਨਾਂ ਦੀ ਸੇਵਾ ਜਿਹੜੀ ਉਹ ਕਰ ਰਿਹਾ, ਕਰਨਾ ਚਾਹੁੰਦਾ, ਕੰਟੀਨਿਊ ਕਰੂੰਗਾ ਕਿ ਸਾਡੇ ਕਿਸਾਨ ਦੀ ਉਪਜ ਨੂੰ ਵੈਲਿਊਏਸ਼ਨ ਕਰਕੇ, ਉਹਦੀ ਉਤਪਾਦ ਦਾ ਮਿਆਰ ਵਧਾ ਕੇ, ਉਹਨੂੰ ਬ੍ਰਾਂਡਿੰਗ ਕਰਕੇ ਮੈਂ ਅੰਤਰਰਾਸ਼ਟਰੀ ਮੰਡੀ 'ਚ ਪਰੋਸ ਸਕਾਂ ਤਾਂ ਕਿ ਕਿਸਾਨ ਦੀ ਮਿਹਨਤ ਦਾ ਮੁੱਲ ਮਿਲੇ, ਉਹਨੂੰ ਚੰਗੇ ਪੈਸੇ ਮਿਲਣ। ਦੂਸਰਾ ਜਿਹੜਾ ਪੰਜਾਬ ਦਾ ਵਾਤਾਵਰਨ, ਜਿਹਦੇ ਵਿੱਚ ਅਸੀਂ ਇੱਕ ਬਹੁਤ ਵੱਡੀ ਚੇਤਨਾ ਲਹਿਰ ਜਿਹੜੀ ਆ ਉਹ ਸ਼ੁਰੂ ਕੀਤੀ ਆ, ਉਹ 'ਚ ਸਾਡੇ ਬਹੁਤ ਨਾਮੀ ਸ਼ਖਸੀਅਤਾਂ ਸਾਡੇ ਨਾਲ ਹਾਜ਼ਰ ਰਹੀਆਂ। ਉਹਦੇ ਵਿੱਚ ਪੰਜਾਬ ਦਾ ਪੌਣ ਪਾਣੀ ਬਚਾਉਣ ਲਈ ਜੇ ਮੈਂ ਕੁਛ ਆਪਦਾ ਤੁੱਛ ਯੋਗਦਾਨ ਪਾ ਸਕਾਂ, ਇਹ ਮੇਰੇ 2 ਜਿਹੜੇ ਵੱਡੇ ਸੁਪਨੇ ਹੈਗੇ ਆ, ਕਿਸਾਨ ਦੀ ਸੇਵਾ ਕਰਨੀ ਤੇ ਪੰਜਾਬ ਦੇ ਵਾਤਾਵਰਨ ਨੂੰ ਬਚਾ ਕੇ ਰੱਖਣਾ। ਅੱਜ ਦਰਸ਼ਕੋ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਬਸੰਤ ਦਾ ਦਿਨ ਹੈ, ਗਿਆਨ ਦੀ ਦੇਵੀ ਸਰਸਵਤੀ ਨੂੰ ਧਿਆਉਣ ਦਾ, ਪੂਜਣ ਦਾ ਦਿਨ ਮੰਨਿਆ ਜਾਂਦਾ ਹੈ। ਤੇ ਗਿਆਨ ਦੀ ਵਰਖਾ ਕਈ ਵਿਰਲਿਆਂ ਤੇ ਹੀ ਹੁੰਦੀ ਹੈ, ਜਿਵੇਂ ਕਿ ਸਾਡੇ ਕੋਲ ਬਾਲ ਮੁਕੰਦ ਸ਼ਰਮਾ ਜੀ ਬੈਠੇ ਨੇ। ਮੈਂ ਇਹ ਉਮੀਦ ਕਰਦਾ ਵਾਂ ਕਿ ਦੂਰਦਰਸ਼ਨ ਦੀ ਇਹ ਸਾਰਥਕ ਕੋਸ਼ਿਸ਼ ਹਮੇਸ਼ਾ ਤੁਸੀਂ ਆਪਣੇ ਦਿਲ 'ਚੋਂ ਜ਼ਰੂਰ ਵਸਾ ਕੇ ਰੱਖੋਗੇ, ਔਰ ਇੱਦਾਂ ਦੇ ਮੌਕਿਆਂ ਦੇ ਉੱਤੇ ਸਾਡੀ ਖੁਸ਼ਕਿਸਮਤੀ ਹੁੰਦੀ ਹੈ ਕਿ ਇਹੋ ਜਿਹੀਆਂ ਸ਼ਖਸੀਅਤਾਂ ਸਾਡੇ ਕੋਲ ਪੁੱਜਦੀਆਂ ਨੇ ਔਰ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਪਾਉਂਦੇ ਹਾਂ। ਕੋਈ ਇਹੋ ਜਿਹਾ ਸਵਾਲ ਜਿਹੜਾ ਅੱਜ ਤੱਕ ਤੁਹਾਨੂੰ ਲੱਗਦਾ ਹੋਵੇ ਕਿ ਕਾਸ਼ ਮੈਨੂੰ ਪੁੱਛਿਆ ਜਾਵੇ ਕਿਸੇ ਇੰਟਰਵਿਊ ਦੇ ਵਿੱਚ, ਪਰ ਕਦੇ ਪੁੱਛਿਆ ਨਾ ਗਿਆ ਹੋਵੇ, ਹੁਣ ਤੁਹਾਡੇ ਵਾਸਤੇ ਮੌਕਾ ਹੈ ਕਿ ਤੁਸੀਂ ਆਪ ਉਸ ਚੀਜ਼ ਨੂੰ ਜ਼ਾਹਿਰ ਕਰ ਸਕੋ ਕਿ ਯਾਰ ਆਹ ਵਾਲਾ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਹਾਂ, ਪਰ ਮੈਨੂੰ ਕਿਸੇ ਨੇ ਮੌਕਾ ਨਹੀਂ ਦਿੱਤਾ। ਹਾਂ, ਉਹ ਗੁਰਵਿੰਦਰ ਜੀ, ਮੈਂ ਦਿਲੋਂ ਚਾਹੂੰਗਾ ਕਿ ਜੇ ਮੈਂ ਮਤਲਬ ਇਹ ਕਹਿ ਲਓ ਕਿ ਜੋ ਕੁਝ ਸਰਕਾਰ ਨੇ ਮੈਨੂੰ ਦਿੱਤਾ ਮਾਨ ਸਨਮਾਨ, ਕਿ ਜਿਹੜੇ ਮੈਂ ਉਹਦੇ ਤੋਂ ਰਿਟਾਇਰ ਹੋਇਆ ਵਧੀਕ ਮੈਨੇਜਿੰਗ ਡਾਇਰੈਕਟਰ, ਉਹ IAS ਰੈਂਕ ਦੀ ਪੋਸਟ ਹੈਗੀ ਆ, ਤੇ ਮੇਰੀ ਕਹਿ ਲਓ ਕਿ ਮੈਂ ਇੰਨਾ ਡਿਜ਼ਰਵ ਕਰਦਾ ਸੀ ਜਾਂ ਨਹੀਂ ਕਰਦਾ ਸੀ ਮੈਨੂੰ ਨਹੀਂ ਪਤਾ, ਪਰ ਜੋ ਮੇਰੀ ਝੋਲੀ ਪਾਇਆ, ਤੇ ਮੈਂ ਦਿਲੋਂ ਸੋਚਦਾ ਕਿ ਇਟ ਇਜ਼ ਅ ਟਾਈਮ ਟੂ ਰੀਪੇ, ਯਾਨੀ ਉਹਨੂੰ ਮੈਂ ਵਾਪਸ, ਜਿਹਨੂੰ ਪੰਜਾਬੀ ਕਹਿੰਦੇ ਮੋੜਾ ਮੋੜਾ। ਮੇਰੇ ਕਹਿਣ ਦਾ ਭਾਵ ਆ ਕਿ ਮੈਂ ਆਪਣੀ ਜਿਹੜੀ ਨਿਸ਼ਠਾ ਤੇ ਸ਼ਰਧਾ ਦੇ ਨਾਲ ਇਹ ਚਾਹੁੰਦਾ ਕਿ ਮੈਂ ਸਮਾਜ ਨੂੰ ਕੁਝ ਆਪਣੀ ਐਫਰਟ ਦੇ ਨਾਲ, ਜਿੰਨੀਆਂ ਸਾਡੀਆਂ ਲੋਕ ਭਲਾਈ ਸੰਸਥਾਵਾਂ ਦੁਨੀਆ 'ਚ ਵਸਦੀਆਂ, ਕਿਉਂਕਿ ਫੈਡਰੇਸ਼ਨ 'ਚ ਮੈਂ ਕੰਮ ਕੀਤਾ। ਫੈਡਰੇਸ਼ਨ ਕੀ ਹੁੰਦੀ ਗੁਰਵਿੰਦਰ ਜੀ? ਸਮੂਹ, ਯਾਨੀ ਕਿ 13,500 ਪੰਜਾਬ ਦਾ 13,000 ਪਿੰਡ ਆ, ਹਰ 3-4 ਪਿੰਡਾਂ ਦੀ ਇੱਕ ਸਹਿਕਾਰੀ ਸਭਾ, ਉਹ ਸਾਰੀ ਸਹਿਕਾਰੀ ਸਭਾ ਮਿਲ ਕੇ ਫੈਡਰੇਸ਼ਨ ਬਣਦੀ ਆ। ਤੇ ਮੇਰੇ ਮਨ 'ਚ ਜਿਹੜੀ ਇੱਛਾ ਹੈਗੀ ਆ ਕਿ ਮਨੁੱਖਤਾ ਦੀ ਸੇਵਾ ਕਰਨ ਵਾਲੀਆਂ ਜਿੰਨੀਆਂ ਵੀ ਸੰਸਥਾਵਾਂ ਦੁਨੀਆ ਭਰ 'ਚ ਵਸਦੀਆਂ, ਉਹਨਾਂ ਨੂੰ ਇਕੱਠੇ ਕਰਕੇ, ਇੰਟੈਗਰੇਟ ਕਰਕੇ, ਜੇ ਪੰਜਾਬੀਆਂ ਦਾ ਇੱਕ ਨਾਮ ਜਿਹੜਾ ਵਾ ਜਿੱਥੇ ਹੈਗਾ ਉਸ ਤੋਂ ਹੋਰ ਉੱਤੇ ਜਾ ਸਕਾਂ, ਇਹੀ ਮੇਰਾ ਇੱਕ ਸੁਪਨਾ ਹੈਗਾ। ਇਹ ਪੰਜਾਬੀ ਹੀ ਸੋਚ ਸਕਦਾ ਹੈ ਔਰ ਪੰਜਾਬੀ ਸੋਚਦੇ ਨੇ। ਤੁਸੀਂ ਸਾਡੇ ਵਾਸਤੇ ਇੰਨਾ ਸਮਾਂ ਕੱਢਿਆ, ਮੈਂ ਤਹਿ ਦਿਲੋਂ ਤੁਹਾਡਾ ਧੰਨਵਾਦੀ ਹਾਂ ਕਿ ਅੱਜ ਬਸੰਤ ਦੇ ਦਿਨ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ 4 ਚੰਨ ਲਾਏ ਨੇ। ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਇਹ ਵੀ ਤਵੱਕੋ ਕਰਾਂਗਾ ਕਿ ਅੱਗੋਂ ਵੀ ਤੁਸੀਂ ਇੰਨਾ ਵਕਫਾ ਨਾ ਪਾਈਓ, ਜਲਦੀ ਆਉਂਦੇ ਰਹੀਓ। ਗੁਰਵਿੰਦਰ ਜੀ, ਮੈਂ ਤਾਂ ਜਲੰਧਰ ਦੂਰਦਰਸ਼ਨ ਦਾ ਜੀ, ਗੁਰਮੇਲ ਜੀ ਦਾ, ਤੁਹਾਡਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਇੰਨੀ ਦੇਰ ਬਾਅਦ ਮੈਨੂੰ ਇਹ ਮੌਕਾ ਦਿੱਤਾ। ਮੈਨੂੰ ਤਾਂ ਪਹਿਲੇ ਜਨਵਰੀ ਨੂੰ ਆਉਣਾ ਚਾਹੀਦਾ ਸੀ, ਮੈਂ ਆਊਟ ਆਫ ਕੰਟਰੀ ਸੀ, ਮੈਂ ਨਹੀਂ ਆ ਸਕਿਆ, ਪਰ ਮੈਂ ਵਾਅਦਾ ਕਰਦਾ ਕਿ ਜੇ ਤੁਸੀਂ ਯਾਦ ਕਰੋਗੇ, ਪੰਜਾਬੀ 'ਚ ਕਹਿੰਦੇ ਹੁੰਦੇ ਵੀ ਸਿਰ ਤੇ ਪੈਰ ਰੱਖ ਕੇ ਭੱਜੇ ਆਵਾਂਗੇ, ਕਿਉਂਕਿ ਇਸ ਵਿਹੜੇ ਨੇ ਜੋ ਜਸਵਿੰਦਰ ਭੱਲਾ ਜੀ ਨੂੰ, ਨੀਲੂ ਜੀ ਨੂੰ ਤੇ ਮੈਨੂੰ ਲੋਕਾਂ ਦੇ ਰੂਬਰੂ ਕਰਕੇ ਇੱਕ ਮਾਣ ਦਿੱਤਾ, ਅਸੀਂ ਜ਼ਿੰਦਗੀ ਭਰ ਨਹੀਂ ਰਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।